इतिहास ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੂੰ ਇੱਥੋਂ ਤੱਕ ਇਤਿਹਾਸ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਸਰਵਣ ਕੀਤਾ ਸੀ ਕਿ ਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਜੀਵਨ ਦੇ ਅੰਦਰ ਚੰਗੇ ਗੁਣਾਂ ਨੂੰ ਗ੍ਰਹਿਣ ਕਰਨ ਔਰ ਮਾਇਆ ਦੀ ਪ੍ਰੀਤ ਨੂੰ ਤਿਆਗਣ ਦਾ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਗੁਰੂ ਕੀ ਮੱਤ ਨੂੰ ਧਾਰਨ ਲਈ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ। ਉਸ ਤੋਂ ਉਪਰੰਤ ਮਾਲਕ ਪਾਤਸ਼ਾਹ ਜੀ ਜਦੋਂ ਅਗਲੇ ਪੈਂਡੇ ਤੇ ਚੱਲਦੇ ਨੇ, ਪਹਾੜੀਆਂ ਵਾਲੇ ਪਾਸੇ ਸਤਿਗੁਰੂ ਪਾਤਸ਼ਾਹ ਜੀ ਗਏ, ਜਿੱਥੇ ਗੁਰੂ ਸਾਹਿਬ ਜੀ ਨੇ ਟਿਕਾਣਾ ਕੀਤਾ ਉੱਥੇ ਕਾਫੀ ਦਿਨ ਬਤੀਤ ਕੀਤੇ। ਕੁਝ ਦਿਨ ਗੁਜ਼ਰ ਜਾਣ ਤੋਂ ਬਾਅਦ ਵਿੱਚ ਭਾਈ ਮਰਦਾਨਾ ਜੀ ਨੇ ਆਪਣੇ ਜਲ ਦੇ ਪਿਆਸ ਦੀ ਜਿਹੜੀ ਇੱਛਾ ਨੂੰ ਪ੍ਰਗਟਾਇਆ ਔਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਵੀ ਆਪ ਜੀ ਕਿਰਪਾ ਕਰਕੇ ਜਲ ਦੀ ਬਖਸ਼ਿਸ਼ ਕਰੋ। ਜਿਸ ਲਈ ਸਤਿਗੁਰੂ ਜੀ ਨੇ ਆਖਿਆ ਵੀ ਹੁਣ ਕਿਸੇ ਹੋਰ ਥਾਂ ਤੇ ਜਾਣ ਦੀ ਜ਼ਰੂਰਤ ਨਹੀਂ, ਇਸੇ ਥਾਂ ਦੇ ਉੱਤੇ ਜਲ ਜਿਹੜਾ ਉਹ ਮਿਲੇਗਾ, ਬਸ ਆਪ ਜੀ ਇਸ ਪਹਾੜ ਵਾਲੇ ਪਾਸੇ ਨੂੰ ਚਲੇ ਜਾਓ। ਵੀ ਉੱਥੇ ਇੱਕ ਬੜੀ ਗੰਧਾਰੀ ਨਾਮ ਦਾ ਫਕੀਰ ਬੈਠਾ ਹੈ ਜਿਹੜਾ ਆਪਣੇ ਕੋਲ ਜਲ ਰੋਕ ਕੇ ਬੈਠਾ ਹੋਇਆ, ਆਪ ਜੀ ਉਹਦੇ ਕੋਲ ਜਾ ਕੇ ਜਲ ਜਿਹੜਾ ਉਹਨੂੰ ਛਕਣਾ ਕਰੋ। ਇੱਥੋਂ ਤੱਕ ਇਤਿਹਾਸ ਸਾਹਿਬ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ। ਆਓ ਗੁਰੂ ਪਿਆਰ ਵਾਲਿਓ, ਕਿਵੇਂ ਭਾਈ ਮਰਦਾਨਾ ਜੀ ਉਸ ਫਕੀਰ ਬੜੀ ਗੰਧਾਰੀ ਜੀ ਕੋਲ ਜਾਂਦੇ ਨੇ, ਕੀ ਉਹਨਾਂ ਦੇ ਕੋਲ ਛਕਣ ਵਾਸਤੇ ਜਲ ਮਿਲਦਾ ਹੈ ਜਾਂ ਉਹ ਅੱਗੋਂ ਕੋਈ ਹੋਰ ਵਚਨ ਆਪਣੀ ਰਚਨਾ ਤੋਂ ਵਾਸਤੇ ਨੇ। ਆਓ ਅਗਲੇ ਪ੍ਰਸੰਗ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੇ ਇਤਿਹਾਸ ਔਰ ਆਪਣੀ ਬਾਣੀ ਦੀਆਂ ਵਿਚਾਰਾਂ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ। ਅਸੀਸ ਕੋਈ ਰਸਨਾਵਾਦੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਪਦਰ ਸਾਹਿਬ ਸਰਬੱਤ ਸੰਗਤ ਮਿਲ ਕਰਕੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਪ ਕੋ ਕਰਤ ਪ੍ਰੀਤ ਕੋ ਲਾਏ, ਚੋਹੈ ਪਰਲੋਕ ਵਿਖੈ ਸੁਖ ਪਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੁਗਾਮਣੀ ਰਚੇਤਾ ਸ਼੍ਰੀ ਨਾਨਕ ਪ੍ਰਕਾਸ਼, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਫਕੀਰ ਬਲੀ ਕੰਧਾਰੀ ਜੀ ਦੇ ਬਾਰੇ ਵਿੱਚ ਦੱਸਦਿਆਂ ਹੋਇਆਂ ਵਚਨ ਕੀਤੇ ਕਿ ਆਪ ਜੀ ਇਸ ਗਿਰ ਦੇ ਉੱਤੇ ਪਹਾੜ ਉੱਤੇ ਚੜ੍ਹਨਾ ਕਰੋ। ਉੱਥੇ ਬਲੀ ਕੰਧਾਰੀ ਨਾਮ ਦੇ ਫਕੀਰ ਬੈਠੇ ਨੇ ਤੇ ਉਹ ਤਪ ਬੜੀ ਪ੍ਰੀਤ ਨਾਲ ਕਰ ਰਹੇ ਨੇ, ਬੜੇ ਪਿਆਰ ਨਾਲ ਤਪ ਕਰ ਰਹੇ ਔਰ ਤਪ ਕਰਦਿਆਂ ਹੋਇਆਂ ਮਨ ਦੇ ਅੰਦਰ ਲਾਲਸਾ, ਮਨ ਅੰਦਰ ਇੱਛਾ ਰੱਖੀ ਹੈ ਆਪਣੇ ਪਰਲੋਕ ਨੂੰ ਸਵਾਰਨ ਦੀ। ਜਨ ਇਸ ਤਰ੍ਹਾਂ ਕਹਿ ਰਹੀ ਹੈ ਵੀ ਆਪਣੇ ਪਰਲੋਕ ਨੂੰ ਸਵਾਰਨ ਦੀ ਭਾਵਨਾ ਰੱਖ ਕੇ ਆਪਣੇ ਹਿਰਦੇ ਦੇ ਅੰਦਰ ਬਲੀ ਕੰਧਾਰੀ ਨਾਮ ਦੇ ਫਕੀਰ ਜੀ ਉੱਪਰ ਬੈਠੇ ਤਪ ਕਰ ਰਹੇ ਹਨ। ਪੁਰਖ ਦੇਹ ਸਮ ਸੋਹੈ ਤੇਰੀ, ਕਰੋ ਜਾਚਨਾ ਕਹਿ ਜਲ ਗੇਰੀ। ਔਰ ਉਹ ਵੀ ਇਸਲਾਮ ਧਰਮ ਨਾਲ ਤੁਰਕ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਔਰ ਉਹਨਾਂ ਦੇ ਕੋਲੋਂ ਜਾ ਕੇ ਆਪ ਦੀ ਜਲ ਦੀ ਜਾਚਨਾ ਕਰੋ, ਜਲ ਮੰਗਣਾ ਕਰੋ, ਉਹਨਾਂ ਕੋਲੋਂ ਜਾ ਕੇ ਆਪ ਦੀ ਜਲ ਛਕ ਲਵੋ। ਕਰ ਕੈ ਪਾਣ ਆਏ ਹੈ ਜਬਦ, ਇਸ ਤਰ ਤਰੇ ਟਿਕੇ ਹਮ ਤਬਦ। ਸਤਿਗੁਰੂ ਕਹਿੰਦੇ ਵੀ ਆਪ ਜੀ ਜਾਓ, ਜਾ ਕੇ ਉਹਨਾਂ ਦੇ ਕੋਲੋਂ ਆਪ ਜੀ ਜਲ ਪਾਨ ਕਰੋ, ਜਲ ਛਕਣਾ ਕਰੋ। ਆਪ ਜੀ ਜਿੰਨੇ ਸਮੇਂ ਤੱਕ ਜਲ ਛਕ ਕੇ ਵਾਪਸ ਨਹੀਂ ਆ ਜਾਂਦੇ, ਉਹਨਾਂ ਚਿਰ ਉਨੇ ਸਮੇਂ ਤੱਕ ਅਸੀਂ ਇਸੇ ਰੁੱਖ ਦੇ ਹੇਠਾਂ ਬੈਠੇ ਹਾਂ। ਮਤਲਬ ਆਪ ਜੀ ਜਾਓ, ਜਲ ਛਕ ਕੇ ਆਓ ਤੇ ਅਸੀਂ ਤੁਹਾਡੀ ਉਡੀਕ ਇਸੇ ਰੁੱਖ ਦੇ ਹੇਠਾਂ ਬੈਠ ਕੇ ਕਰ ਰਹੇ ਹਾਂ। ਸ਼੍ਰੀ ਗੁਰ ਤੇ ਸੁਣ ਕਰਤਬ ਚਾਲਾ, ਗਿਰ ਪਰ ਜਹਾਂ ਪੀਰ ਕੀ ਸ਼ਾਲਾ। ਹੁਣ ਕਵੀ ਜੀ ਲਿਖਦੇ ਵੀ ਸਤਿਗੁਰੂ ਜੀ ਕੇ ਵਚਨ ਸੁਣ ਕੇ ਭਾਈ ਮਰਦਾਨਾ ਜੀ ਚੱਲ ਪਏ। ਉਹ ਚੱਲ ਕੇ ਤੇ ਉਸ ਥਾਂ ਤੇ ਪਹੁੰਚ ਗਏ ਜਿਸ ਜਗ੍ਹਾ ਦੇ ਉੱਤੇ ਉਸ ਫਕੀਰ ਦੀ ਜਗ੍ਹਾ ਹੈ, ਆਪਣਾ ਅਸਥਾਨ ਬਣਾ ਕੇ ਜਿੱਥੇ ਉਹ ਬੈਠੇ ਹੋਏ ਨੇ। ਉਹਨਾਂ ਦੇ ਕੋਲ ਪੈਂਡਾ ਤੈਅ ਕਰਕੇ ਭਾਈ ਮਰਦਾਨਾ ਜੀ ਪਹੁੰਚਦੇ ਹਨ। ਸਨੈ ਸਨੈ ਚਲ ਕੈ ਮਰਦਾਨਾ, ਕਰਿਓ ਬਿਲੋਕਣ ਸੋ ਸੁਖ ਥਾਨਾ। ਔਰ ਹੌਲੀ ਹੌਲੀ ਜਦੋਂ ਚੱਲਦੇ ਗਏ, ਪੈਂਡਾ ਤੈਅ ਕਰਦਿਆਂ ਉਹ ਅਸਥਾਨ ਵੇਖ ਲਿਆ। ਜਦੋਂ ਭਾਈ ਮਰਦਾਨਾ ਜੀ ਉਸ ਅਸਥਾਨ ਨੂੰ ਦੇਖਦੇ ਹਨ, ਬੜੀ ਕੰਧਾਰੀ ਬੈਠਿਓ ਜਾਂ, ਰਾਖਿਓ ਨੀਰ ਰੋਕ ਕੁਛ ਤਹਾਂ। ਉਹ ਜਿਸ ਜਗ੍ਹਾ ਦੇ ਉੱਤੇ ਬਲੀ ਕੰਧਾਰੀ ਜੀ ਉਹ ਫਕੀਰ ਬੈਠੇ ਹੋਏ ਨੇ ਨਾ, ਉਹਨਾਂ ਨੇ ਕਵੀ ਜੀ ਲਿਖ ਰਹੇ ਵੀ ਉਸ ਥਾਂ ਦੇ ਉੱਤੇ ਉਹਨਾਂ ਨੇ ਜਲ ਰੋਕ ਕੇ ਰੱਖਿਆ ਹੋਇਆ। ਜਿਵੇਂ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਅੱਗੇ ਅਰਜ਼ੋਈ ਕੀਤੀ ਸੀ ਵੀ ਬਲੀ ਕੰਧਾਰੀ ਉਹਨਾਂ ਮਨੁੱਖਾਂ ਦੇ ਵਿੱਚੋਂ ਹੈ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਦੀ ਸ਼ੋਭਾ ਸੁਣ ਕੇ, ਵਡਿਆਈ ਸੁਣ ਕੇ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਈਰਖਾ ਵਿੱਚ ਭਰ ਗਿਆ। ਮਤਲਬ ਸਤਿਗੁਰੂ ਦੇ ਪ੍ਰਤੀ ਮਨ ਅੰਦਰ ਈਰਖਾ, ਉਹ ਸਾਰਾ ਅਗਾਂਹ ਕਵੀ ਜੀ ਨੇ ਜ਼ਿਕਰ ਕਰਨਾ ਹੈ। ਇਹਨੇ ਪਾਣੀ ਜਲ ਜਿਹੜਾ ਉਸ ਥਾਂ ਦੇ ਉੱਤੇ ਰੋਕ ਕੇ ਰੱਖ ਲਿਆ ਵੀ ਤਾਂ ਜੋ ਮੇਰੇ ਤੋਂ ਇਲਾਵਾ ਕੋਈ ਇੱਥੇ ਜਲ ਜਿਹੜਾ ਉਹ ਵਰਤ ਨਾ ਸਕੇ ਤੇ ਜਿਸ ਵੀ ਕਿਸੇ ਨੂੰ ਜਲ ਦੀ ਲੋੜ ਹੋਵੇ ਉਹ ਮੇਰੇ ਕੋਲ ਆਵੇ ਤੇ ਸਭ ਤੋਂ ਪਹਿਲਾਂ ਮੇਰੀ ਅਧੀਨਗੀ ਕਬੂਲ ਕਰੇ। ਜਦੋਂ ਮੇਰੀ ਅਧੀਨਗੀ ਕਬੂਲ ਕਰ ਲਏਗਾ ਉਹਦੇ ਤੋਂ ਬਾਅਦ ਵਿੱਚ ਮੈਂ ਉਹਨੂੰ ਜਲ ਦਿਆਂਗਾ, ਉਹਨੂੰ ਪਾਣੀ ਦਿਆਂਗਾ ਤੇ ਉਹ ਪਾਣੀ ਦੀ ਦਾਤ ਲੈ ਕੇ ਫਿਰ ਉਹ ਸਰੀਰ ਮੇਰੇ ਅਧੀਨ ਹੀ ਰਹੇਗਾ। ਉਹ ਆਪਣੇ ਆਪ ਨੂੰ ਕਦੇ ਮੇਰੇ ਤੋਂ ਵੱਡਾ ਨਹੀਂ ਲੱਗ ਸਕਦਾ। ਬਾਤ ਸਾਰੀ ਇਹ ਸੀ। ਹੁਣ ਕਵੀ ਜੀ ਨੇ ਜ਼ਿਕਰ ਕੀਤਾ ਵੀ ਭਾਈ ਮਰਦਾਨਾ ਜੀ ਜਦੋਂ ਜਾ ਕੇ ਵੇਖਦੇ ਨੇ ਉੱਥੇ ਬਲੀ ਕੰਧਾਰੀ ਜੀ ਨੂੰ ਬੈਠਿਆ ਹੋਇਆ ਤੇ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਜਿੱਥੇ ਉਹ ਬੈਠੇ ਨੇ ਉੱਥੇ ਉਹਨਾਂ ਨੇ ਜਲ ਜਿਹੜਾ ਉਹ ਰੁਕਿਆ ਹੋਇਆ ਹੈ। ਕਰੀ ਬੰਦਗੀ ਹਵੈ ਕਰ ਤੀਰਾ, ਮੁਝ ਕੋ ਤ੍ਰਿਕਾ ਦੇ ਜਲ ਪੀਰਾ। ਉਹਨਾਂ ਨੇ ਅੱਗੇ ਹੋ ਕੇ ਤੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਆਖਦੇ ਵੀ ਭਲਿਆ ਛੱਡਣਾ ਹੈ ਫਕੀਰ ਜੀ ਵੀ ਮੈਂ ਜਲ ਦੇ ਨਾਲ ਤ੍ਰਿਖਾ ਵਿੱਚ ਪਿਆਸ ਵਿੱਚ ਹਾਂ ਤੇ ਆਪ ਜੀ ਕਿਰਪਾ ਕਰੋ ਵੀ ਮੈਨੂੰ ਜਲ ਦਿਓ ਵੀ ਮੈਂ ਆਪਣੀ ਪਿਆਸ ਬੁਝਾ ਸਕਾਂ, ਆਪਣਾ ਤੇ ਜਿਹੜੀ ਹੈ ਮੈਂ ਉਹਨੂੰ ਬੁਝਾ ਸਕਾਂ ਵੀ ਪਿਆਸ ਬਹੁਤ ਲੱਗੀ ਹੈ, ਜਲ ਦੀ ਲਾਲਸਾ ਛਕਣ ਦੀ ਤੇ ਆਪ ਜੀ ਮੈਨੂੰ ਜਲ ਬਖਸ਼ਿਸ਼ ਕਰੋ। ਨਿਕਟ ਨ ਮੋਕੋ ਕੇਠਾ ਪਾਇਓ, ਜਾਤੇ ਜਲ ਸੁਣ ਸ਼ੁੱਧ ਮੈਂ ਆਇਓ। ਵੀ ਤੁਹਾਡੇ ਤੋਂ ਇਲਾਵਾ ਇੱਥੇ ਨੇੜੇ ਨੇੜੇ ਜਲ ਮੈਨੂੰ ਕਿਤੇ ਹੋਰ ਨਹੀਂ ਮਿਲਿਆ। ਵੀ ਜਦੋਂ ਕਿਤੋਂ ਹੋਰ ਜਲ ਨਹੀਂ ਮਿਲਿਆ ਤੇ ਮੈਂ ਫਿਰ ਸੁੱਧ ਮੈਨੂੰ ਮਿਲੀ, ਖਬਰ ਮੈਨੂੰ ਮਿਲੀ, ਇਹ ਸੋਝੀ ਮੈਨੂੰ ਮਿਲੀ ਕਿ ਜਲ ਆਪ ਜੀ ਦੇ ਕੋਲ ਹੈ ਤੇ ਮੈਂ ਆਪ ਜੀ ਪਾਸ ਆਇਆ ਤੇ ਹੁਣ ਆਪ ਕਿਰਪਾ ਕਰਕੇ ਜਲ ਜਿਹੜਾ ਉਹ ਦੇਣਾ ਕਰੋ ਤਾਂ ਜੋ ਮੈਂ ਆਪਣੀ ਪਿਆਸ ਬੁਝਾ ਸਕਾਂ। ਸੁਣ ਤਬ ਬੋਲਿਓ ਬੜੀ ਕੰਧਾਰੀ, ਕੌਣ ਦੇਸ਼ ਤੇ ਤੂੰ ਤ੍ਰਿਖ ਪਾਰੀ। ਔਰ ਬਲੀ ਕੰਧਾਰੀ ਜਿਹੜਾ ਸੀ ਉਹਨਾਂ ਨੇ ਜਦੋਂ ਭਾਈ ਮਰਦਾਨਾ ਜੀ ਦੇ ਵਚਨ ਸੁਣੇ, ਉਹਨਾਂ ਨੇ ਆਪਣੀ ਸੰਤੁਸ਼ਟੀ ਵਾਸਤੇ ਵੀ ਇਹ ਮੇਰੇ ਅਧੀਨ ਹੈ, ਵੀ ਇਹ ਮੇਰੀ ਸ਼ੋਭਾ ਕਰੇਗਾ, ਇਹ ਚੀਜ਼ਾਂ ਨੂੰ ਪਰਖਣ ਵਾਸਤੇ ਨਾ ਸਭ ਤੋਂ ਪਹਿਲਾਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਇਹ ਸਵਾਲ ਕੀਤਾ ਵੀ ਤੁਸੀਂ ਕਿੱਥੋਂ ਆਏ ਹੋ, ਵੀ ਇੰਨਾ ਕਿੰਨਾ ਕੁ ਪੈਂਡਾ ਤੁਸੀਂ ਤੈਅ ਕੀਤਾ ਹੈ ਵੀ ਜਿਹੜਾ ਇੰਨੀ ਜ਼ਿਆਦਾ ਪਿਆਸ ਤੁਹਾਨੂੰ ਲੱਗੀ ਹੋਈ ਜਲ ਦੀ, ਵੀ ਇੰਨੀ ਜ਼ਿਆਦਾ ਤ੍ਰਿਖਾ ਤੁਹਾਨੂੰ ਵਿਆਪੀ ਹੈ। ਏਕਲੋ ਕਹਿ ਕੇ ਸੰਗਾ, ਇਤ ਦੇਸ਼ ਆਇਓ ਨਾਨਕ ਬਧਿਆਤ। ਔਰ ਆਖਿਆ ਕਿ ਨਾਲੇ ਸਵਾਲ ਕੀਤਾ ਕਹਿੰਦੇ ਏਕਲੋ ਕਹਿ ਕੇ ਸੰਗਾ ਵੀ ਤੂੰ ਇੱਥੇ ਇਕੱਲਾ ਹੀ ਆਇਆ ਕਿ ਤੇਰੇ ਨਾਲ ਵੀ ਕੋਈ ਆਇਆ ਤੇ ਇਸ ਦੇਸ਼ ਵਿੱਚ ਤੁਸੀਂ ਕਿਵੇਂ ਆ ਗਏ, ਵੀ ਕੀ ਕਾਰਨ ਹੈ ਤੁਹਾਡਾ ਇੱਥੇ ਆਉਣ ਦਾ ਔਰ ਕਿਹੜਾ ਮਨੋਰਥ ਲੈ ਕੇ ਤੁਸੀਂ ਇਸ ਜਗ੍ਹਾ ਦੇ ਉੱਤੇ ਆਏ ਹੋ। ਮਰਦਾਨੇ ਸਭ ਕਹਿਓ ਬੇਤਾਤ, ਤਪਾ ਗੁਰੂ ਨਾਨਕ ਬਧਿਆਤ। ਭਾਈ ਮਰਦਾਨਾ ਜੀ ਨੂੰ ਜਿਵੇਂ ਉਹਨਾਂ ਸਵਾਲ ਕੀਤੇ ਉਵੇਂ ਉਹਨਾਂ ਜਵਾਬ ਵੀ ਕਹਿੰਦੇ ਮੈਂ ਇਕੱਲਾ ਨਹੀਂ ਆਇਆ, ਮੇਰੇ ਨਾਲ ਮੇਰੇ ਗੁਰੂ ਜੀ ਵੀ ਆਏ ਨੇ, ਉਹਨਾਂ ਨੂੰ ਸਾਰਾ ਜਗਤ ਨਾਨਕ ਆਖ ਕੇ ਸੰਬੋਧਨ ਕਰਦਾ।
ਸਾਰੇ ਦਾ ਸਾਰਾ ਬਿਰਤਾਂਤ ਭਾਈ ਮਰਦਾਨਾ ਜੀ ਵਲੀ ਕੰਧਾਰੀ ਜੀ ਨੂੰ ਦੱਸ ਦਿੰਦੇ ਹਨ। ਦੇਸ਼ ਪੰਜਾਬ ਲਖੇ ਸਭ ਕੋਈ ਵਿਚਰੇ ਜਿਤ ਕਿਤ ਤਲ ਅਵਲੋਈ। ਔਰ ਅਸੀਂ ਚੱਲ ਕੇ ਪੰਜਾਬ ਦੀ ਧਰਤੀ ਤੋਂ ਆਏ ਹਾਂ ਔਰ ਅਲੱਗ-ਅਲੱਗ ਥਾਵਾਂ ਦੇ ਉੱਤੇ ਅਸੀਂ ਵਿਚਰ ਰਹੇ ਹਾਂ। ਧਰਤੀ ਨੂੰ ਵੇਖਦਿਆਂ ਹੋਇਆਂ, ਵੱਖ-ਵੱਖ ਇਲਾਕੇ ਨਗਰਾਂ ਨੂੰ ਵੇਖਦਿਆਂ ਹੋਇਆਂ ਅਸੀਂ ਸਾਰੀ ਧਰਤੀ ਦੇ ਉੱਤੇ ਵਿਚਰ ਰਹੇ ਹਾਂ। ਹਿੰਦੂ ਤੁਰਕ ਸਰਬ ਹੀ ਮਾਨੇ, ਇੱਕ ਗੁਰ ਕਾ ਇੱਕ ਪੀਰ ਬਖਾਨੇ। ਔਰ ਜਿਹੜੇ ਮੇਰੇ ਗੁਰੂ ਜੀ ਨੇ, ਨਾਨਕ ਜੀ ਨੇ, ਉਹਨਾਂ ਨੂੰ ਸਾਰੀ ਦੁਨੀਆ ਹੀ ਮੰਨਦੀ ਹੈ। ਜਿਹੜੇ ਹਿੰਦੂ ਨੇ, ਮਤਲਬ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੇ ਨੇ, ਉਹ ਵੀ ਮੰਨਦੇ ਨੇ। ਜਿਹੜੇ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲੇ ਨੇ, ਉਹ ਵੀ ਮੰਨਦੇ ਨੇ। ਬਸ ਇਹ ਹੈ ਵੀ ਜਿਹੜੇ ਸਨਾਤਨ ਧਰਮ ਨਾਲ ਸੰਬੰਧ ਰੱਖਣ ਵਾਲੇ ਨੇ, ਉਹ ਕਹਿੰਦੇ ਨੇ ਗੁਰੂ, ਤੇ ਜਿਹੜੇ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲੇ ਨੇ, ਉਹ ਆਪਣਾ ਪੀਰ ਸਮਝ ਕੇ ਤੇ ਉਹਨਾਂ ਅੱਗੇ ਸਿਰ ਨਵਾਉਂਦੇ ਹਨ। ਬੜ ਅਜਮਤੀ ਭਰੇ ਦਿਨ ਪਾਇਣ, ਤਰਹੇ ਅਕਾਰੀ ਵਿਦ ਉਪਾਇਣ। ਔਰ ਬੜੇ ਅਜ਼ਮਤੀ ਨੇ, ਉਹਨਾਂ ਕੋਲ ਤਾਕਤ ਬਹੁਤ ਹੈ, ਸਮਰੱਥਾ ਬਹੁਤ ਹੈ ਉਹਨਾਂ ਕੋਲ, ਔਰ ਸਾਰੇ ਉਹਨਾਂ ਦੇ ਪੈਰਾਂ ਵਿੱਚ ਹੀ ਪੈਂਦੇ, ਮਤਲਬ ਉਹਨਾਂ ਦੇ ਚਰਨਾਂ 'ਚ ਸਾਰੇ ਨਮਸਕਾਰ ਕਰਦੇ ਨੇ। ਜਿੱਥੇ ਉਹਨਾਂ ਦੇ ਚਰਨਾਂ ਵਿੱਚ ਸਾਰੇ ਨਮਸਕਾਰ ਕਰਦੇ ਨੇ ਨਾ, ਉੱਥੇ ਜਿਹੜਾ ਵੀ, ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਹੈ, ਹਰ ਕੋਈ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਵਾਲਾ ਆਪਣੇ ਕੋਲ ਆਪਣੀ ਸਮਰੱਥਾ ਮੁਤਾਬਕ ਭੇਟਾ ਲੈ ਕੇ ਉਹਨਾਂ ਦੇ ਅੱਗੇ ਉਪਾਇਨ ਰੱਖਦਾ ਹੋਇਆ ਤੇ ਉਹਨਾਂ ਅੱਗੇ ਸੀਸ ਨਿਵਾਉਂਦਾ ਹੈ। ਤਿਨਕੇ ਸੰਗ ਬਾਬੀ ਮੈਂ ਹੋ, ਸੁੰਦਰ ਸ਼ਬਦ ਗਾਵਣੇ ਕਹਿ ਤੇ ਮੈਂ ਹਾਂ ਉਹਨਾਂ ਦੇ ਨਾਲ, ਉਹਨਾਂ ਦਾ ਰਬਾਬੀ, ਮੈਂ ਉਹਨਾਂ ਦਾ ਸਾਥੀ ਹਾਂ। ਤੇ ਉਹਨਾਂ ਨਾਲ ਰਹਿੰਦਾ ਹੋਇਆ ਮੈਂ, ਜਦੋਂ ਉਹ ਬਚਨ ਕਰਦੇ ਨੇ, ਉਹਨਾਂ ਦੇ ਬਚਨਾਂ ਅਨੁਸਾਰ ਹੀ ਮੈਂ ਸ਼ਬਦ ਗਾਇਨ ਕਰਦਾ। ਜਦੋਂ ਉਹ ਮੈਨੂੰ ਰਬਾਬ ਵਜਾਉਣ ਵਾਸਤੇ ਆਖਦੇ ਨੇ, ਮੈਂ ਉਹਨਾਂ ਦੇ ਹੁਕਮ ਦਾ ਬੱਚਾ ਫਿਰ ਰਬਾਬ ਵਜਾਉਣਾ। ਜਦੋਂ ਉਹ ਮੈਨੂੰ ਸ਼ਬਦ ਗਾਇਨ ਕਰਨ ਵਾਸਤੇ ਆਖਦੇ ਨੇ, ਤੇ ਮੈਂ ਉਹਨਾਂ ਦੇ ਹੁਕਮ ਦਾ ਬੱਚਾ ਫਿਰ ਸ਼ਬਦ ਗਾਇਨ ਕਰਦਾ ਹਾਂ। ਗੇਰ ਟਿਕ ਤੁਰਕੇ ਕਰਸੋ ਬੈਸੇ, ਦੇਹ ਜਨ ਮਮ ਪ੍ਰਸੰਗ ਹੈ ਐਸੇ। ਵੀ ਮੈਂ ਉਹਨਾਂ ਦੇ ਨਾਲ ਰਹਿਣਾ ਹਾਂ। ਮੈਂ ਸਾਰੇ ਦਾ ਸਾਰਾ ਹੁਣ ਆਪ ਜੀ ਅੱਗੇ ਬਿਰਤਾਂਤ ਦੱਸਿਆ। ਹੁਣ ਆਪ ਦੀ ਕਿਰਪਾ ਕਰੋ, ਦੇਖੋ ਜਲ ਮਨ ਪ੍ਰਸੰਗ ਹੈ ਐਸੇ, ਵੀ ਤੁਸੀਂ ਮੈਨੂੰ ਜਲ ਦਿਓ। ਮੇਰਾ ਪ੍ਰਸੰਗ ਸਾਰਾ ਇਦਾਂ ਹੈ, ਮੈਂ ਆਪ ਜੀ ਨੂੰ ਦੱਸ ਦਿੱਤਾ ਹੈ। ਤੀਰਥ ਜਦ ਸ਼੍ਰੀ ਗੁਰ ਉਚਾਰੀ, ਸਹਿ ਨਾ ਸਕਿਓ ਔਰ ਬੜੀ ਕੰਧਾਰੀ। ਭਾਈ ਮਰਦਾਨਾ ਜੀ ਖੜੇ ਬਲੀ ਕੰਧਾਰੀ ਜੀ ਦੇ ਸਾਹਮਣੇ, ਬਲੀ ਕੰਧਾਰੀ ਜੀ ਦੇ ਮਨ ਦੀ ਲਾਲਸਾ ਵੀ ਮੇਰੀ ਸ਼ੋਭਾ ਕਰਨ, ਮੇਰੇ ਕੋਲ ਜਲ ਲੈਣ ਵਾਸਤੇ ਆਏ ਨੇ। ਪਰ ਉਹਨਾਂ ਨੇ ਸ਼ੋਭਾ ਕੀਤੀ, ਉਹਨਾਂ ਨੇ ਵਡਿਆਈ ਕੀਤੀ ਗੁਰੂ ਨਾਨਕ ਸਾਹਿਬ ਦੀ। ਜਦੋਂ ਬਾਬੇ ਨਾਨਕ ਜੀ ਦੀ ਸ਼ੋਭਾ, ਗੁਰੂ ਨਾਨਕ ਸਾਹਿਬ ਦੀ ਵਡਿਆਈ ਕੰਨਾਂ ਨਾਲ ਸੁਣੀ, ਵੀ ਸਾਰਾ ਜਗਤ ਉਹਨਾਂ ਅੱਗੇ ਨਿਭਦਾ ਹੈ। ਚਾਹੇ ਕੋਈ ਸਨਾਤਨ ਧਰਮ ਵਾਲਾ ਹੈ, ਚਾਹੇ ਕੋਈ ਇਸਲਾਮ ਧਰਮ ਵਾਲਾ ਹੈ, ਉਹ ਬੜੇ ਅਜ਼ਮਤੀ ਨੇ। ਜਦੋਂ ਸਾਰੀ ਸ਼ੋਭਾ ਵਡਿਆਈ ਗੁਰੂ ਨਾਨਕ ਸਾਹਿਬ ਦੀ ਸੁਣੀ ਨਾ, ਉਹ ਚੰਗੀ ਨਹੀਂ ਲੱਗੀ। ਬਲੀ ਕੰਧਾਰੀ ਜੀ ਦੇ ਹਿਰਦੇ ਨੂੰ ਉਹ ਨਹੀਂ ਪਾਈ ਵਡਿਆਈ, ਜਿਸ ਕਰਕੇ ਉਹ ਹਿਰਦੇ ਦੇ ਅੰਦਰ ਬਹੁਤ ਹੀ ਕ੍ਰੋਧਿਤ ਹੁੰਦੇ ਹਨ। ਜਿਮ ਦੇਖ ਦੁਖ ਤੇ ਸੰਕਟ ਪੈ ਹੈ, ਦੀਪਕ ਦੀਪਤ ਨੈਣਾ ਸੂਹ ਹੈ। ਔਰ ਉਸ ਵਕਤ ਨਾ, ਜਿਹੜਾ ਜ਼ਿਕਰ ਕੀਤਾ ਵੀ ਮਾਨੋ ਕਹਿੰਦੇ ਕਵੀ ਜੀ, ਵੀ ਅਚਾਨਕ ਤੱਕ ਬੈਠੇ ਹੋਏ, ਜਿਵੇਂ ਕਿਸੇ ਵੀ ਸ਼ਖਸ ਨੂੰ ਜਾਂ ਇਉਂ ਕਹਿ ਲਈਏ ਦੁੱਖ ਤਕਲੀਫ ਆ ਕੇ ਵਿਆਪਦੀ ਨਾ, ਤੇ ਉਹ ਵਿਲਕਦਾ, ਉਹ ਤੜਫਦਾ ਹੈ, ਤੇ ਉਹ ਆਪਣੇ ਦੁੱਖ ਨੂੰ, ਆਪਣੀ ਤਕਲੀਫ ਨੂੰ ਸਹਿ ਨਹੀਂ ਸਕਦਾ। ਉਸੇ ਤਰ੍ਹਾਂ ਦੀ ਹਾਲਤ ਬਲੀ ਕੰਧਾਰੀ ਜੀ ਦੀ ਬਣੀ, ਜਦੋਂ ਉਹਨਾਂ ਨੇ ਆਪਣੇ ਕੰਨਾਂ ਦੇ ਨਾਲ ਆਪਣੀ ਵਡਿਆਈ ਦੀ ਬਜਾਏ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸ਼ੋਭਾ ਨੂੰ ਸੁਣਿਆ। ਜਿਸ ਮੈਂ ਅਜ਼ਮਤ ਕਹਿ ਗਹੀਰ, ਸੰਗੀ ਇਮ ਜਦ ਚ ਫਿਰਨੀ। ਔਰ ਅੱਗੋਂ ਉਹਨਾਂ ਨੂੰ ਕ੍ਰੋਧ ਵਿੱਚ ਭਰੇ ਹੋਏ ਬਲੀ ਕੰਧਾਰੀ ਜੀ ਨੇ ਪਤਾ ਕੀ ਆਖਿਆ, ਕਹਿੰਦੇ ਵੀ ਜਿਨ੍ਹਾਂ ਨੂੰ ਤੁਸੀਂ ਏਡੇ ਅਜ਼ਮਤੀ ਦੱਸ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਏਡੇ ਤਾਕਤਵਰ ਦੱਸ ਰਹੇ ਹੋ, ਏਡੇ ਬਲਵਾਨ, ਵੀ ਉਹਨਾਂ ਦਾ ਸੰਗੀ ਪਾਣੀ ਨੂੰ ਇਦਾਂ ਦੱਸਦਾ ਵੀ ਜਾ ਕੇ ਉਹਨਾਂ ਨੂੰ ਕਹੋ ਕਿ ਮੈਨੂੰ ਡਰ ਦੇ ਦਿਓ। ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਅਜ਼ਮਤ ਬਹੁਤ ਹੈ, ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਤਾਕਤ ਬਹੁਤ ਹੈ, ਤੇ ਫਿਰ ਉਹਨਾਂ ਨੂੰ ਆਖੋ ਵੀ ਹੁਣ ਜਲ ਮੈਨੂੰ ਆਪ ਹੀ ਉਹ ਦੇ ਦੇਵਣ। ਉਚਿਤ ਤ੍ਰਿਖਾ ਤੁਰ ਕੋ ਜਲ ਦੇਣਾ, ਅਬਨਹਿ ਦੇਹੁ ਬਣੇ ਸੁਣ ਬੈਨਾ। ਵੀ ਮੈਂ ਹੁਣ ਕਿਸੇ ਵੀ ਪ੍ਰਕਾਰ ਤੁਹਾਨੂੰ ਜਲ ਨਹੀਂ ਦੇਣਾ, ਨਾ ਹੀ ਮੈਂ ਜਲ ਦੇਵਾਂਗਾ, ਨਾ ਹੀ ਤੁਹਾਡੀ ਪਿਆਸ ਬੁਝਾਵਾਂਗਾ। ਆਪ ਜੀ ਜਾਓ, ਜਿਨ੍ਹਾਂ ਦੀ ਅਜ਼ਮਤ ਬਾਰੇ ਬਾਤ ਕਰ ਰਹੇ ਹੋ, ਉਹਨਾਂ ਦੇ ਕੋਲੋਂ ਹੀ ਜਾ ਕੇ ਜਲ ਲੈ ਲਵੋ। ਸੁਣ ਮਰਦਾਨਾ ਕਾਕੀ ਆਇਸ, ਸਗਲਾ ਆਪਣਾ ਬਿਤੰਤ ਬਤਾਇਸ। ਜਦੋਂ ਉਹਨਾਂ ਨੇ ਮੋੜ ਦਿੱਤਾ, ਭਾਈ ਮਰਦਾਨਾ ਜੀ ਵਾਪਸ ਆ ਗਏ ਗੁਰੂ ਨਾਨਕ ਪਾਤਸ਼ਾਹ ਕੋਲ, ਤੇ ਸਤਿਗੁਰੂ ਜੀ ਕੋਲ ਆ ਕੇ ਉਹਨਾਂ ਨੇ ਸਾਰਾ ਬਤਾਨ ਦੱਸ ਦਿੱਤਾ ਵੀ ਮਾਲਕ ਜੀ, ਉਹ ਮੈਂ ਗਿਆ ਸਾਂ, ਤੇ ਉਹਨਾਂ ਨੇ, ਮੈਂ ਜਾ ਕੇ ਵੇਖਿਆ ਵੀ ਜਲ ਰੋਕ ਕੇ ਬੈਠੇ ਹੋਏ ਨੇ, ਮੈਂ ਤੋਂ ਜਾ ਕੇ ਜਲ ਮੰਗਿਆ, ਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ, ਮਤਲਬ ਸਾਰਾ ਬਤਾਨ ਉਹਨਾਂ ਦੱਸਿਆ ਵੀ ਆਹ ਵਾਰਤਾ ਹੋਈ ਹੈ, ਤੇ ਉਹਨਾਂ ਨੇ ਜਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰਾਵ ਕੋ ਜਸ ਸੁਣ ਦੁਖ ਮਹਾ, ਜਨ ਬਿਰਹਨ ਮਨ ਸਸ ਬੋਧਾ। ਔਰ ਕਹਿੰਦੇ ਵੀ ਉਹਦੇ ਆਪ ਜੀ ਦਾ ਜਸ ਸੁਣ ਕੇ ਦੁਖੀ ਬਹੁਤ ਹੋਇਆ। ਉਹਨਾਂ ਨੇ ਹਿਰਦੇ ਵਿੱਚ ਬਹੁਤ ਤਕਲੀਫ ਮਹਿਸੂਸ ਕੀਤੀ, ਵੀ ਮਾਨੋ ਜਿਵੇਂ ਕਿਸੇ ਚੀਜ਼ ਨੂੰ ਅੱਗ ਲੱਗ ਜਾਂਦੀ ਨਾ, ਅੰਦਰੋਂ ਸੜ ਜਾਂਦਾ ਉਹ। ਉਸੇ ਤਰ੍ਹਾਂ ਜਦੋਂ ਆਪ ਜੀ ਦੀ ਵਡਿਆਈ ਨੂੰ ਉਹਨਾਂ ਨੇ ਸੁਣਿਆ, ਤੇ ਮਾਨੋ ਉਹਨਾਂ ਦੇ ਸੱਦੀ ਕੱਪੜੀ ਅੱਗ ਹੀ ਲੱਗ ਗਈ, ਵੀ ਉਹ ਆਪ ਜੀ ਦੀ ਵਡਿਆਈ ਨੂੰ ਉੱਥੇ ਸੁਣ ਨਾ ਸਕੇ। ਅਸ ਪੂਰੇ ਛੋਤਮ ਸੰਗ ਜੇਠਾਨਾ, ਜਲ ਜਾਚਤ ਵਿਚਰਤ ਬਹੁਤਾਨਾ। ਔਰ ਉਹਨਾਂ ਨੇ ਨਾਲੇ ਇਹ ਆਖਿਆ ਵੀ ਜੇ ਉਹ ਐਡੇ ਹੀ ਤਾਕਤ ਵਾਲੇ ਨੇ, ਅਜ਼ਮਤ ਵਾਲੇ ਨੇ, ਤੇ ਜਲ ਜਾਚਤ ਵਿਚਰਤ ਬਹੁਤਾਨਾ, ਵੀ ਤੁਸੀਂ ਫਿਰ ਇਦਾਂ ਹੋਰ ਥਾਵਾਂ ਦੇ ਉੱਤੇ ਜਲ ਕਿਉਂ ਮੰਗ ਰਹੇ ਹੋ। ਕਯੋ ਨਾ ਨਿਕਾਸੇ ਨਿਕਟ ਸੋ ਨੀਰਾ, ਜੇ ਅਜ਼ਮਤ ਕਰ ਹੋਏ ਗਹੀਰਾ। ਵੀ ਉਹਨਾਂ ਨੂੰ ਕਹੋ ਜਾ ਕੇ ਵੀ ਜੇ ਉਹ ਐਡੇ ਹੀ ਅਜ਼ਮਤ ਦੇ ਪਾਤਰ ਨੇ, ਫਿਰ ਨੀਰ ਆਪਣੇ ਕੋਲੋਂ ਕੱਢ ਲੈਣ, ਮਤਲਬ ਜਿੱਥੇ ਬੈਠੇ ਉਹ ਨੀਰ ਕੱਢ ਲੈਣ। ਉਹਨਾਂ ਕੋਲ ਇੰਨੀ ਤਾਕਤ ਹੈ, ਜੇ ਇੰਨੀ ਅਜ਼ਮਤ ਹੈ, ਤੇ ਫਿਰ ਨੀਰ ਆਪਣਾ ਉਸ ਅਜ਼ਮਤ ਦੇ ਨਾਲ ਉੱਥੋਂ ਹੀ ਕਿਉਂ ਨਹੀਂ ਕੱਢ ਦਿੰਦੇ, ਪਾਣੀ ਉਹ ਤੁਹਾਨੂੰ ਆਪਣੇ ਕੋਲੋਂ ਕਿਉਂ ਨਹੀਂ ਦੇ ਦਿੰਦੇ। ਸ਼੍ਰੀ ਗੁਰੂ ਨਾਨਕ ਪੌਣ ਮੁਸਕਾਨੇ, ਭਣਿਓ ਸੋ ਦਿਸ ਕੇ ਮਾਨ ਮਹਾਨੇ। ਸਤਿਗੁਰੂ ਜੀ ਨੇ ਨਾ ਫਿਰ ਭਾਈ ਮਰਦਾਨਾ ਜੀ ਨੂੰ ਕਿਹਾ, ਕਹਿੰਦੇ ਮਰਦਾਨਾ ਜੀ ਵੀ ਤੁਸੀਂ ਜਾ ਕੇ ਜਲ ਉਹਨਾਂ ਕੋਲੋਂ ਲਵੋ। ਬਸ ਇਹ ਆ ਵੀ ਉਹਨਾਂ ਦੇ ਮਨ ਵਿੱਚ ਮਾਣ ਬਹੁਤ ਹੈ, ਹੰਕਾਰ ਬਹੁਤ ਹੈ ਉਹਨਾਂ ਦੇ ਮਨ ਵਿੱਚ, ਤੇ ਉਸ ਮਾਣ ਕਰਕੇ ਹੀ ਉਹਨਾਂ ਨੇ ਇਹ ਵਚਨ ਤੁਹਾਨੂੰ ਆਖੇ ਹਨ। ਸਹਿ ਨਹਿ ਸਕਹਿ ਅਪਰ ਬੜਾਈ, ਮਤਸਰ ਪਾਵਕ ਦੇਤ ਬਤਾਈ। ਔਰ ਉਹ ਕਿਸੇ ਵੀ ਪ੍ਰਕਾਰ ਦੂਜੇ ਦੀ ਵਡਿਆਈ ਸਹਿ ਨਹੀਂ ਸਕਦਾ, ਜਾਂ ਕਿਸੇ ਵੀ ਪ੍ਰਕਾਰ ਦੂਸਰੇ ਦੀ ਸ਼ੋਭਾ ਨੂੰ ਉਹ ਸਰਵਣ ਨਹੀਂ ਕਰ ਸਕਦੇ, ਸੁਣ ਨਹੀਂ ਸਕਦੇ। ਮਾਨੋ ਮਤਸਰ ਪਾਵਕ ਦੇਤ ਬਤਾਈ, ਵੀ ਉਹਨਾਂ ਨੇ ਆਪਣੀ ਮਤ ਜਿਹੜੀ ਹੈ ਨਾ, ਉਹ ਈਰਖਾ ਦੇ ਵਿੱਚ ਹੀ ਸਾੜੀ ਹੈ। ਤਿਰਕ ਰੂਪ ਤੂੰ ਦੇਹ ਟਿਕ ਜਾ ਕੈ, ਜਲ ਜਾਜੋ ਪੀਵੋ ਤ੍ਰਿਪਤਾ ਕੈ। ਔਰ ਉਹਨਾਂ ਨੂੰ ਜਾ ਕੇ ਤੁਸੀਂ ਆਖੋ ਵੀ ਮੈਂ ਵੀ ਤੁਹਾਡੇ ਵਾਂਗ ਹੀ ਹਾਂ, ਮਤਲਬ ਜਿਵੇਂ ਤੁਸੀਂ ਤੁਰਕ ਧਰਮ ਨਾਲ ਸੰਬੰਧ ਰੱਖਦੇ ਹੋ, ਮੈਂ ਵੀ ਰੱਖਦਾ ਹਾਂ, ਤੇ ਉਹਨਾਂ ਦੇ ਕੋਲੋਂ ਜਾ ਕੇ ਆਪ ਜੀ ਜਲ ਛੱਡ ਕੇ ਤ੍ਰਿਪਤੀ ਕਰ ਲਵੋ। ਤੁਰਕ ਸੋ ਰਾਖੇ ਪਾਏ, ਨਿਮਰ ਹੋਏ ਲੀਜੇ ਜਲ ਜਾਏ। ਜਦੋਂ ਆਪ ਜੀ ਜਾ ਕੇ ਉਹਨਾਂ ਨਾਲ ਬਾਤ ਕਰੋਗੇ, ਤੇ ਉਹ ਆਪਣੇ ਇਸਲਾਮ ਧਰਮ ਦਾ ਹੋਣ ਕਰਕੇ ਉਹ ਤੁਹਾਡੀ ਜ਼ਰੂਰ ਰੱਖੇਗਾ, ਔਰ ਤੁਹਾਡੇ ਵਚਨ ਮੰਨ ਕੇ ਤੁਹਾਨੂੰ ਜਲ ਜ਼ਰੂਰ ਦੇਵੇਗਾ, ਔਰ ਤੁਹਾਡੀ ਤ੍ਰਿਪਤੀ ਉਹ ਕਰਵਾਏਗਾ। ਉਹਨੇ ਸਾਰਾ ਜੋ ਬਾਤ ਹੈ, ਇਹ ਮਾਲਕ ਪਾਤਸ਼ਾਹ ਦੀ ਉੱਥੇ ਬਲੀ ਕੰਧਾਰੀ ਨੂੰ ਉਪਦੇਸ਼ ਦੇਣ ਵਾਸਤੇ, ਔਰ ਦੂਜੀ ਬਾਤ ਉਹਦੇ ਮਨ ਦਾ ਮਾਣ, ਉਹਦੇ ਮਨ ਦਾ ਅਹੰਕਾਰ ਤੋੜਨ ਵਾਸਤੇ ਇਹ ਸਾਰੇ ਦਾ ਸਾਰਾ ਕੌਤਕ ਸਤਿਗੁਰੂ ਜੀ ਵਰਤਾ ਰਹੇ ਹਨ। ਗੁਰ ਆਇਸ ਤੇ ਪੁਨ ਮਰਦਾਨਾ, ਗਇਓ ਪੀਰ ਟਿਕ ਬਾਗ ਬਖਾਨਾ। ਸਤਿਗੁਰੂ ਜੀ ਕੇ ਵਚਨ ਮੰਨ ਕੇ ਮਰਦਾਨਾ ਜੀ ਫੇਰ ਉਹਨਾਂ ਦੇ ਪਾਸ ਚਲੇ ਗਏ, ਤੇ ਜਾ ਕੇ ਇਉਂ ਵਚਨ ਆਖੇ, ਪਾਨ ਦਾਨ ਕੋ ਫਲ ਅਧਿਕਾਈ, ਇਹ ਨਾ ਟਿਕ ਹੈ ਵਿਖੀ ਸਬਾਈ। ਔਰ ਆਖਿਆ ਕੀ, ਕਹਿੰਦੇ ਵੀ ਭਾਈ ਫਕੀਰ ਜੀ, ਅਸੀਂ ਤੇ ਤੁਹਾਡੇ ਕੋਲ ਜਲ ਛਕਣ ਆਏ ਹਾਂ, ਤੇ ਜਲ ਛਕਾਉਣਾ ਬਹੁਤ ਵੱਡਾ ਭਲਾ ਕਰਮ ਹੈ, ਇਸ ਤੋਂ ਭਲਾ ਕਰਮ ਹੋਰ ਕੋਈ ਨਹੀਂ। ਤੇ ਆਪ ਜੀ ਇਉਂ ਕਰੋ ਵੀ ਮੈਨੂੰ ਮੇਰੀ ਜਿਹੜੀ ਤਿੱਖਤ ਹੈ ਉਹ ਬੁਝਾ ਲੈਣ ਦਿਓ, ਤੇ ਆਪ ਜੀ ਜਲ ਮੈਨੂੰ ਛਕਾ ਦੇਵੋ। ਸੁਣ ਕਰ ਕ੍ਰੋਧ ਹਟਾਏ ਸੋ ਫੇਰ, ਤੋਹੇ ਨਾ ਜਲ ਦੇਵੋ ਕਿਸ ਬੇਰ। ਉਹ ਫੇਰ ਬੜਾ ਕਰੋਗੇ ਵੀ ਤੂੰ ਫੇਰ ਆ ਗਿਆ,
ਵੀ ਉਹਨੇ ਕਹੋ ਚ ਆ ਕੇ ਭਾਈ ਮਰਦਾਨਾ ਜੀ ਉੱਥੋਂ ਫੇਰ ਹਟਾਇਆ ਵੀ ਤੂੰ ਦੁਬਾਰਾ ਫੇਰ ਦਰਸ਼ਨ ਆ ਗਿਆ ਇੱਥੇ ਵੀ ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਤੁਹਾਨੂੰ ਜਲ ਨਹੀਂ ਦੇਣਾ ਵੀ ਤੁਸੀਂ ਫੇਰ ਮੰਗਣਾਗੇ ਫਿਰ ਦੁਬਾਰਾ ਉੱਥੋਂ ਕ੍ਰੋਧ ਵਿੱਚ ਆ ਕੇ ਹਟਾਇਆ ਤੇ ਨਾਲੇ ਆਖਿਆ ਵੀ ਤੂੰ ਇੱਕ ਵਾਰੀ ਛੱਡ ਕੇ ਭਾਵੇਂ ਜਿੰਨੀ ਵਾਰ ਮਰਜ਼ੀ ਆ ਪਰ ਮੈਂ ਤੈਨੂੰ ਇੱਕ ਪਾਣੀ ਦੀ ਬੂੰਦ ਨਹੀਂ ਦੇਣੀ ਆਪਣੇ ਕੋਲੋਂ ਤੇ ਨਾ ਹੀ ਮੈਂ ਜਲ ਅਗਾਂਹ ਕਿਤੇ ਜਾਣ ਦੇਣਾ ਹੈ। ਅਜਮਤ ਕੋ ਕਹਿ ਬਾਗ ਜਨਾਵਤ ਪੀਣ ਹਿਤ ਕਰ ਨੀਰ ਨਾ ਪਾਵਤ। ਗੱਲਾਂ ਤੂੰ ਮੇਰੇ ਕੋਲ ਆ ਕੇ ਕਰਦਾ ਜਿਵੇਂ ਕੋਈ ਲਫ਼ਜ਼ ਵਰਤਿਆ ਮੈਂ ਉਸੇ ਤਰ੍ਹਾਂ ਹੀ ਬਚਨ ਕਰ ਰਿਹਾ। ਉਹਨੇ ਜ਼ਿਕਰ ਕਰਦਿਆਂ ਮਲੀ ਕੰਧਾਰੀ ਜੀ ਨੇ ਵੀ ਤੂੰ ਗੱਲਾਂ ਕਰ ਰਿਹਾ ਇੱਥੇ ਆ ਕੇ ਅਜ਼ਮਤ ਦੀਆਂ ਨਾਨਕ ਜੀ ਦੀਆਂ ਕਰਾਮਾਤਾਂ ਦੀਆਂ ਤੇ ਜੇ ਐਡਾ ਹੀ ਅਜ਼ਮਤ ਨਾਲ ਉਹ ਭਰੇ ਹੋਏ ਨੇ ਇੰਨੀ ਹੀ ਉਹਨਾਂ ਕੋਲ ਕਰਾਮਾਤ ਹੈ ਉਹਨਾਂ ਦੀਆਂ ਕਰਾਮਾਤਾਂ ਤੂੰ ਆ ਕੇ ਨਹੀਂ ਦੱਸ ਰਿਹਾ ਉਹਨਾਂ ਦੇ ਬਾਰੇ ਵਿੱਚ ਤੂੰ ਸ਼ੋਭਾ ਆ ਕੇ ਮੇਰੇ ਕੋਲ ਆ ਰਹੇ ਹੈ ਤੇ ਫਿਰ ਉਹਨਾਂ ਕੋਲ ਇੰਨੀ ਵੀ ਅਜ਼ਮਤ ਨਹੀਂ ਉਹ ਨੀਂਦ ਤੈਨੂੰ ਲੈ ਕੇ ਦੇ ਦੇਣਗੇ ਜਾਂ ਤੈਨੂੰ ਪਾਣੀ ਪਿਆ ਕੇ ਤੇਰੀ ਪਿਆਸ ਬੁਝਾ ਦੇਣ ਵੀ ਜਾ ਕੇ ਉਹਨਾਂ ਕੋਲ ਜਾ ਛਕ ਮੈਂ ਤੇ ਕਿਸੇ ਪ੍ਰਕਾਰ ਤੈਨੂੰ ਇੱਕ ਪਾਣੀ ਦੀ ਬੂੰਦ ਵੀ ਆਪਣੇ ਕੋਲੋਂ ਨਹੀਂ ਦੇਣੀ। ਰਿਸ ਕੋ ਹੀਰ ਹਟਿਓ ਮਰਦਾਨਾ ਨਹਿ ਦੇ ਜਲ ਗੁਰ ਨਿਕਟ ਬਖਾਨਾ। ਫਿਰ ਵਾਪਸ ਆਏ ਆ ਕੇ ਗੁਰੂ ਸਾਹਿਬ ਨੂੰ ਦੱਸਿਆ ਵੀ ਮਾਲਕ ਜੀ ਉਹ ਇਨਕਾਰੀ ਹੈ ਉਹਨੇ ਜਲ ਦੇਣ ਤੋਂ ਫਿਰ ਮਨਾ ਕੀਤਾ ਹੈ। ਸ਼੍ਰੀ ਨਾਨਕ ਸਭ ਅੰਤਰਜਾਮੀ ਸਭ ਵਿਦ ਜਾਣ ਪੀਰ ਕੀ ਖਾਮੀ। ਸਤਿਗੁਰੂ ਜੀ ਜਾਣ ਚੁੱਕੇ ਵੀ ਉਹਨੇ ਇਸ ਪ੍ਰਕਾਰ ਅਹੰਕਾਰ ਨਹੀਂ ਛੱਡਣਾ ਉਹਦੇ ਹਿਰਦੇ ਦੀ ਖਾਮੀ ਨੂੰ ਸਤਿਗੁਰੂ ਜੀ ਪਹਿਚਾਣ ਗਏ ਸਨ ਜਿਸ ਕਰਕੇ ਮਾਲਕ ਪਾਤਸ਼ਾਹ ਜੀ ਨੇ ਮੁੜ ਕੇ ਭਾਈ ਮਰਦਾਨਾ ਜੀ ਨੂੰ ਨਾ ਆਖਿਆ ਕਿਸੇ ਵੀ ਪ੍ਰਕਾਰ ਉਹ ਬਲੀ ਕੰਧਾਰੀ ਜੀ ਦੇ ਹਿਰਦੇ ਦੀ ਖਾਮੀ ਨੂੰ ਜਾਣਦਿਆਂ ਹੋਇਆਂ ਫਿਰ ਆਪ ਸਤਿਗੁਰੂ ਜੀ ਕੌਤਕ ਵਰਤਾਉਂਦੇ ਹਨ ਤੇ ਲਸ਼ਟਕਾ ਹੱਥ ਮਜਾਰੀ ਤਿਸ ਕੇ ਕੀ ਜਲ ਮੈਂ ਜਬ ਮਾਰੀ। ਔਰ ਉਸ ਵਕਤ ਨਾ ਸਤਿਗੁਰੂ ਜੀ ਦੇ ਹੱਥ ਵਿੱਚ ਜਿਹੜਾ ਆਸਾ ਸੀ ਛੋਟੀ ਸੀ ਜਿਹੜੀ ਮਾਲਕ ਦੇ ਹੱਥ ਡੰਡਾ ਸੀ ਕਵੀ ਜੀ ਜ਼ਿਕਰ ਕਰਦੇ ਵੀ ਮਾਲਕ ਪਾਤਸ਼ਾਹ ਜੀ ਉਸ ਡੰਡੇ ਦੇ ਨਾਲ ਨਾ ਉਹ ਜਿਹੜਾ ਜਿਸ ਜਗ੍ਹਾ ਦੇ ਉੱਤੇ ਜਿਸ ਗਿਲ ਦੇ ਵਿੱਚੋਂ ਪਾਣੀ ਆਉਂਦਾ ਸੀ ਜਿਹੜਾ ਬਲੀ ਕੰਧਾਰੀ ਰੋਕ ਕੇ ਬੈਠਾ ਮਾਲਕ ਪਾਤਸ਼ਾਹ ਨੇ ਉੱਥੇ ਉਹ ਛੋਟੀ ਨਾਲ ਉਸ ਡੰਡੇ ਨਾਲ ਮਾਰ ਦਿੱਤੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਉਸ ਪੱਥਰ ਦੇ ਉੱਤੇ ਉਸ ਡੰਡੇ ਦੇ ਨਾਲ ਮਾਰਦੇ ਹਨ ਸੀਤਲ ਜਲ ਨਿਰਮਲ ਤਿਸ ਕਾਲਾ ਨਿਕਸਤ ਭਇਓ ਪ੍ਰਵਾਹ ਵਿਸਾਲਾ। ਔਰ ਉੱਥੋਂ ਜਲ ਜਿਹੜਾ ਉਹ ਆਉਣ ਲੱਗਾ ਜਲ ਵਹਿਣ ਲੱਗ ਗਿਆ ਔਰ ਉਹ ਜਲ ਬੜਾ ਸ਼ੀਤਲ ਬੜਾ ਠੰਡਾ ਹੈ ਔਰ ਛਕਣ ਵਾਲਾ ਉਹ ਜਲ ਦਾ ਪ੍ਰਵਾਹ ਉੱਥੋਂ ਜਿਹੜਾ ਠੀਕ ਉਸੇ ਲੱਗਦੀ ਬਲੀ ਕੰਧਾਰੀ ਛਕ ਰੋਕ ਕੇ ਬੈਠਾ ਪਾਣੀ ਨੂੰ ਉਹਦਾ ਪਾਣੀ ਦਾ ਰਾਹ ਰੋਕ ਕੇ ਬੈਠਾ ਜਦੋਂ ਸਾਹਿਬ ਜੀ ਨੇ ਕੌਤਕ ਬਤਾਇਆ ਮਾਲਕ ਜੀ ਨੇ ਉਹ ਡੰਡੇ ਨਾਲ ਪ੍ਰਹਾਰ ਕੀਤਾ ਤੇ ਉਹ ਪਾਣੀ ਹੇਠਾਂ ਨੂੰ ਫਿਰ ਜਿਵੇਂ ਉਹ ਝਰਨਾ ਚੱਲਦਾ ਸੀ ਉਸੇ ਤਰ੍ਹਾਂ ਚੱਲਣ ਲੱਗਾ ਤੇ ਜਿਸ ਵਕਤ ਉੱਥੇ ਜਲ ਦਾ ਪ੍ਰਵਾਹ ਚੱਲ ਪਿਆ ਬੜੀ ਕੰਧਾਰੀ ਕੋ ਜਲ ਜੇ ਤੋ ਗਿਰ ਮੈਂ ਪਰਵਿਸ਼ ਸੁਸ਼ਕ ਗਾ ਦੇ ਤੋ। ਔਰ ਜਿੰਨਾ ਜਲ ਉਹਨੇ ਉੱਥੇ ਰੋਕ ਕੇ ਰੱਖਿਆ ਹੋਇਆ ਸੀ ਉਹ ਸਾਰਾ ਵਹਿ ਗਿਆ ਉੱਥੇ ਉਹਦੇ ਕੋਲ ਕਵੀ ਜੀ ਕਹਿੰਦੇ ਵੀ ਸਾਰੇ ਦਾ ਸਾਰਾ ਜਲ ਜਿਹੜਾ ਸੀ ਉਹ ਸੁੱਕ ਗਿਆ ਜਿੰਨਾ ਵੀ ਜਲ ਉਹਨੇ ਉੱਥੇ ਰੋਕ ਕੇ ਰੱਖਿਆ ਹੋਇਆ ਸੀ ਨਾ ਵੀ ਮੈਂ ਅਗਾਂਹ ਨਹੀਂ ਜਾਣ ਦੇਣਾ ਉਹ ਸਾਰਾ ਜਲ ਉਹਨਾਂ ਦੇ ਕੋਲੋਂ ਸੁੱਕ ਜਾਂਦਾ ਹੈ। ਇੱਕ ਅਜਰਜ ਕੋ ਠਾਨਿਓ ਧਿਆਨਾ ਤਬ ਬਲ ਦੇ ਸੋ ਬਿਰਤਾਂਤ ਪਛਾਨਾ। ਜਦੋਂ ਉਹਨੇ ਦੇਖਿਆ ਵੀ ਜਲ ਗਿਆ ਕਿੱਥੇ ਉਹ ਬੜਾ ਹੈਰਾਨ ਹੁੰਦਾ ਹੈ ਤੇ ਕਵੀ ਜੀ ਕਹਿੰਦੇ ਵੀ ਫਿਰ ਉਹ ਧਿਆਨ ਲਾ ਕੇ ਸਾਰਾ ਬਿਰਤਾਂਤ ਵੇਖਦਾ ਵੀ ਹੋਇਆ ਕਿ ਜਲ ਗਿਆ ਕਿੱਥੇ ਜਦੋਂ ਸਾਰੀ ਵਾਰਤਾ ਦੇ ਬਾਰੇ ਵਿੱਚ ਉਹਨੂੰ ਸੋਚੀ ਉਹਨੂੰ ਸਾਰੀ ਵਾਰਤਾ ਬਾਰੇ ਪਤਾ ਲੱਗਦਾ ਹੈ ਫਿਰ ਉਹ ਆਪਣੀ ਅਜ਼ਮਤ ਆਪਣੀ ਕਰਾਮਾਤ ਦੀ ਵਰਤੋਂ ਕਰਦਾ ਹੈ। ਇਸ ਛੇਨ ਭਾਰੀ ਸਲਾਹ ਵਿਸਾਲਾ ਅਜਮਤ ਤੇ ਪ੍ਰਹਾਰ ਦੇ ਸਕਾਲਾ। ਉਸ ਵਕਤ ਉਹਨੇ ਫਿਰ ਆਪਣੀ ਅਜ਼ਮਤ ਦੇ ਨਾਲ ਇੱਕ ਭਾਰੀ ਪੱਥਰ ਜਿਹੜਾ ਉਹ ਹੇਠਾਂ ਨੂੰ ਸੁੱਟਣਾ ਕੀਤਾ ਵੀ ਜਿਹੜਾ ਜਲ ਦਾ ਪ੍ਰਵਾਹ ਜਿੱਥੋਂ ਵਗ ਰਿਹਾ ਨਾ ਉਹ ਜਲ ਦਾ ਪ੍ਰਵਾਹ ਮੈਂ ਪੱਥਰ ਸੁੱਟ ਕੇ ਤੇ ਰੋਕ ਦੇਣਾ ਉੱਥੋਂ ਜਲ ਵਹਿਣ ਹੁਣ ਮੈਂ ਨਹੀਂ ਦੇਣਾ। ਚਲੀ ਵੇਖਦੇ ਕਰ ਕੋ ਤੋਰਤ ਮਗ ਮੈਂ ਅਪਰ ਸਿਰਨ ਕੋ ਪੋਰਤ। ਔਰ ਉਹ ਜਿਹੜੀ ਉਹਨੇ ਸਿਰ ਸੁੱਟੀ ਸੀ ਪੱਥਰ ਸੁੱਟਿਆ ਸੀ ਉਹ ਕਾਫੀ ਵੱਡਾ ਸੀ ਆਕਾਰ ਵਿੱਚ ਵੀ ਆਪਣੀ ਅਜ਼ਮਤ ਨਾਲ ਉਹ ਸੁੱਟਦਾ ਹੈ ਉਹ ਰੁੱਖਾਂ ਨੂੰ ਤੋੜਦਿਆਂ ਹੋਇਆਂ ਛੋਟੇ ਛੋਟੇ ਪੱਥਰਾਂ ਨੂੰ ਤੋੜਦਿਆਂ ਹੋਇਆਂ ਬੜੀ ਤੇਜ਼ੀ ਦੇ ਨਾਲ ਹੇਠਾਂ ਵੱਲ ਆ ਰਹੀ ਹੈ। ਜਲ ਰੋਕਣ ਕੋ ਆਵਤ ਤਾਈ ਵਜਰ ਸਮਾਨ ਸੋ ਨਾਦ ਉਠਾਈ। ਵੀ ਉਹ ਬੜੀ ਤੇਜ਼ੀ ਨਾਲ ਹੇਠਾਂ ਨੂੰ ਆ ਰਹੀ ਜਲ ਨੂੰ ਰੋਕਣ ਵਾਸਤੇ ਜਲ ਦੇ ਪ੍ਰਵਾਹ ਨੂੰ ਰੋਕਣ ਵਾਸਤੇ ਜਦੋਂ ਉਹ ਤੇਜ਼ੀ ਨਾਲ ਆ ਰਹੀ ਹੈ ਸਿੱਲ ਉਹ ਪੱਥਰ ਜਿਹੜਾ ਤੇ ਕਵੀ ਜੀ ਜ਼ਿਕਰ ਕਰਦੇ ਵੀ ਮਾਨੋ ਇਉਂ ਲੱਗਦਾ ਵੀ ਬਹੁਤ ਵੱਡੇ ਸੰਘਣੇ ਬੱਦਲ ਜਿਵੇਂ ਗਰਜ ਰਹੇ ਹਨ। ਅਜਮਤ ਨਿਜ ਅਜਮਤ ਜਲ ਦੇਖੀ ਜਲਹੇ ਅਸ਼ਾਦਨ ਆਏ ਪਿਛੇ ਕੀ। ਜਦੋਂ ਉੱਥੇ ਸਾਰਾ ਕੌਤਕ ਵਰਤਿਆ ਕਵੀ ਜੀ ਕਹਿੰਦੇ ਅਜ਼ਮਤ ਨਾਲ ਅਜ਼ਮਤ ਟਕਰਾਉਂਦਿਆਂ ਵੇਖੀ ਉੱਤੇ ਅਜ਼ਮਤ ਨਾਲ ਅਜ਼ਮਤ ਟਕਰਾਅ ਹੁੰਦਾ ਹੈ ਜਲੇ ਅਸ਼ਾਦਨ ਆਏ ਪਿਛੇ ਕੀ ਜਿਹੜੀ ਆ ਕਰਕੇ ਜਲ ਦੇ ਉਸ ਪ੍ਰਵਾਹ ਨੂੰ ਵੱਡੀ ਸੇਲ ਰੋਕਣਾ ਚਾਹੁੰਦੀ ਹੈ। ਸ਼੍ਰੀ ਗੁਰੂ ਨੇ ਕਬ ਹੱਥ ਪਸਾਰਾ ਤਿਸ ਆਵਤ ਕੇ ਕੀਨ ਅਗਾਰਾ। ਤੇ ਗੁਰੂ ਪਾਤਸ਼ਾਹ ਜੀ ਨੇ ਉਹਨੂੰ ਆਪਣੇ ਕਰ ਕਮਲ ਦੇ ਨਾਲ ਆਪਣੇ ਹੱਥ ਦੇ ਨਾਲ ਉਸ ਸੇਲ ਨੂੰ ਰੋਕਿਆ ਔਰ ਜਦੋਂ ਉਹ ਤੇਜ਼ੀ ਨਾਲ ਆ ਰਹੀ ਹੈ ਮਾਲਕ ਪਾਤਸ਼ਾਹ ਨੇ ਆਪਣਾ ਹੱਥ ਉਹਦੇ ਅੱਗੇ ਕਰਕੇ ਤੇ ਉਸ ਸੇਲ ਨੂੰ ਉੱਥੇ ਰੋਕਣਾ ਕੀਤਾ। ਸਹਿਜ ਸੁਭਾਇਕ ਬੈਠੇ ਰਹੇ ਸੋ ਰੋਕੀ ਜਲ ਉੱਪਰ ਕਹੇ। ਸਤਿਗੁਰੂ ਪਾਤਸ਼ਾਹ ਜੀ ਉੱਥੇ ਸਹਿਜ ਸੁਭਾਅ ਬੈਠੇ ਹੋਏ ਨੇ ਉਹ ਸੇਲ ਨੇ ਜਿੱਥੇ ਡਿੱਗ ਕੇ ਤੇ ਜਲ ਨੂੰ ਰੋਕਣਾ ਸੀ ਜਲ ਦੇ ਪ੍ਰਵਾਹ ਨੂੰ ਰੋਕਣਾ ਸੀ ਉਸ ਜਲ ਦੇ ਪ੍ਰਵਾਹ ਦੇ ਉੱਪਰਲੇ ਪਾਸੇ ਹੀ ਸਤਿਗੁਰੂ ਪਾਤਸ਼ਾਹ ਸੇਲ ਨੂੰ ਰੋਕ ਦਿੰਦੇ ਹਨ। ਮਹਾਪ੍ਰਵਾਹ ਨੀਰ ਕੇ ਚਾਲੇ ਠਹਿਰੀ ਉੱਪਰ ਛੜਾ ਬਿਛਾਲੇ। ਔਰ ਉੱਥੇ ਨੀਰ ਦਾ ਪ੍ਰਵਾਹ ਉਸੇ ਤਰ੍ਹਾਂ ਚੱਲਦਾ ਰਿਹਾ ਤੇ ਸੇਲ ਉਸੇ ਥਾਂ ਤੇ ਠਹਿਰ ਗਈ ਉਹ ਉਸੇ ਥਾਂ ਤੇ ਰੁਕ ਗਈ। ਰੋਕਿਓ ਨਾ ਨੀਰ ਪੀਰ ਨਾ ਜਾਣੀ ਨਿਜ ਅਜਮਤ ਪੁਨ ਲਾਏ ਮਹਾਨੀ। ਉਹਨੂੰ ਪਤਾ ਲੱਗਾ ਵੀ ਸਿਰ ਜਿਹੜੀ ਆ ਉਹਨੂੰ ਰੋਕ ਦਿੱਤਾ ਫਿਰ ਉਹਨੇ ਆਪਣੀ ਅਜ਼ਮਤ ਨਾਲ ਹੋਰ ਬਹੁਤ ਜ਼ੋਰ ਲਾਇਆ ਆਪਣੀਆਂ ਕਰਾਮਾਤਾਂ ਦੇ ਨਾਲ ਹੋਰ ਬਹੁਤ ਬਲ ਤਰੀਕੇ ਬਹੁਤ ਵਰਤੇ ਜਿੰਨੀ ਕੁ ਅਜ਼ਮਤ ਉਹ ਰੱਖਦਾ ਸੀ ਉਹਨੇ ਸਾਰੀ ਦੀ ਸਾਰੀ ਅਜ਼ਮਤ ਵਰਤਣੀ ਕੀਤੀ। ਕਰੀ ਤਕਾਵਨ ਸਿਰਾ ਅਗਾਰੀ ਸਗਰੋ ਓਝ ਲਾਏ ਨਿਜ ਪਾਰੀ। ਉਹਨੇ ਆਪਣਾ ਸਾਰਾ ਬਲ ਵਰਤਿਆ ਸਾਰਾ ਓਝ ਵਰਤਿਆ ਵੀ ਕਿਸੇ ਢੰਗ ਨਾਲ ਉਸ ਸਿਲ ਨੂੰ ਮੈਂ ਧੱਕਦਿਆਂ ਅਗਾਂਹ ਧਕੇਲਦਿਆਂ ਉਹ ਸਿਲ ਡਿੱਗ ਪਵੇ ਔਰ ਉਹ ਸਾਰੇ ਦਾ ਸਾਰਾ ਬਲ ਆਪਣਾ ਵਰਤ ਕੇ ਹਾਰ ਗਿਆ। ਰਾਤ ਬਜਰ ਸਮ ਦਸਿਓ ਬਜਾਰੀ ਰਹੀ ਅਟਕ ਲਖ ਵੜੀ ਕਦਾਰੀ। ਔਰ ਮਾਲਕ ਪਾਤਸ਼ਾਹ ਜੀ ਉਸੇ ਤਰ੍ਹਾਂ ਉੱਥੇ ਬੈਠੇ ਹੋਏ ਅਡੋਲ ਕਵੀ ਜੀ ਨੇ ਜ਼ਿਕਰ ਕੀਤਾ ਵੀ ਹਾਥ ਜਿਹੜਾ ਉਹ ਬਜਰ ਵਾਂਗੂ ਬੜਾ ਸਖਤ ਉੱਥੇ ਧਸ ਗਿਆ ਤੇ ਉਹ ਸਿਲ ਉਸੇ ਥਾਂ ਉੱਤੇ ਅਟਕ ਗਈ ਉਸੇ ਥਾਂ ਉੱਤੇ ਰੁਕ ਗਈ। ਆਪਣੀ ਸ਼ਕਤ ਅਲਪ ਵਿਚਾਰੀ ਰੋਕਣਾ ਹੈ ਸਕਿਓ ਚਲੇ ਬਹੁ ਬਾਰੀ। ਔਰ ਬੜੀ ਉਹਨੇ ਕੋਸ਼ਿਸ਼ ਕੀਤੀ ਬੜਾ ਯਤਨ ਕੀਤਾ ਪਰ ਉਹਨੇ ਸਾਹਿਬ ਜੀ ਅੱਗੇ ਆਪਣੀ ਤਾਕਤ ਨੂੰ ਛੋਟਾ ਸਮਝਿਆ ਛੋਟਾ ਜਾਣਿਆ ਔਰ ਫਿਰ ਕਿਸੇ ਵੀ ਪ੍ਰਕਾਰ ਉੱਥੇ ਉਹ ਰੋਕ ਨਾ ਸਕਿਆ। ਉਹਨੇ ਬਹੁਤ ਕੋਸ਼ਿਸ਼ ਵੀ ਕੀਤੀ ਵੀ ਜਲ ਕਿਸੇ ਢੰਗ ਨਾਲ ਮੈਂ ਰੋਕ ਲਾਂ ਕਿਸੇ ਤਰੀਕੇ ਰੋਕ ਲਾਂ ਪਰ ਉਹਦਾ ਕੋਈ ਯਤਨ ਕੋਈ ਬਲ ਉੱਥੇ ਨਾ ਚੱਲਿਆ। ਅਬਲਗ ਖਾਨ ਬਿਦਤ ਜਗ ਮਾਹੀ ਗੁਰ ਕਰ ਦੇਨ ਲਕਿਓ ਛੜ ਮਾਹੀ। ਕਹਿੰਦੇ ਕਵੀ ਜੀ ਵੀ ਅਜੇ ਤੱਕ ਉਸ ਥਾਂ ਉਹ ਥਾਂ ਜਿਹੜਾ ਹੈ ਜਗਤ ਅੰਦਰ ਪ੍ਰਸਿੱਧ ਹੈ ਉਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਕਰ ਹੈ ਉਸ ਸਿਲ ਅੰਦਰ ਮੌਜੂਦ ਹੈ। ਰਹੇ ਮਿਟਾਏ ਜਤਨ ਤੇ ਗਈ ਰਹਿਓ ਸੋਚਨ ਹਾਰੇ ਦੇ ਦੇਈ। ਔਰ ਬਹੁਤ ਉਹਨੂੰ ਮਿਟਾਉਣ ਦਾ ਯਤਨ ਕੀਤਾ ਕੋਸ਼ਿਸ਼ ਕੀਤੀ ਪਰ ਸਾਰੇ ਉਹਨੂੰ ਮਿਟਾਉਣ ਵਿੱਚ ਹਾਰ ਗਏ। ਉਹ ਚਿੰਨ ਉਹ ਕਰਦਾ ਨਿਸ਼ਾਨ ਉਸੇ ਤਰ੍ਹਾਂ ਮੌਜੂਦ ਹੈ। ਜਲ ਪ੍ਰਵਾਹ ਕੈਸੀ ਵਿਦਕ ਹੈ ਨਿਰਮਲ ਚਲਤ ਬਹੁਤ ਨਿਤਰ ਹੈ। ਔਰ ਉਹ ਜਲ ਉਸੇ ਤਰ੍ਹਾਂ ਵਹਿ ਰਿਹਾ ਹੈ ਚੱਲਦਾ ਹੈ ਨਿਰਮਲ ਹੈ ਉਸੇ ਤਰ੍ਹਾਂ ਸ਼ੀਤਲ ਹੈ ਔਰ ਜਲ ਦਾ ਪ੍ਰਵਾਹ ਅੱਜ ਵੀ ਲਗਾਤਾਰ ਉੱਥੋਂ ਚੱਲਦਾ ਹੈ। ਅਲਬ ਆਪ ਕੋ ਪੀਰ ਪਛਾਨਾ ਸ਼ੀਕਰ ਆਏ ਗੁਰ ਪਗ ਲਪਟਾਨਾ। ਜਦੋਂ ਉਹਨੇ ਵੇਖਿਆ ਵੀ ਮੈਂ ਕਿਸੇ
ਪ੍ਰਕਾਰ ਵੀ ਕੋਈ ਤਾਕਤ ਜਾਂ ਸਮਰੱਥਾ ਨਹੀਂ ਰੱਖਦਾ, ਉਹਨੇ ਆਪਣੇ ਆਪ ਨੂੰ ਅਲਪ ਸਮਝਿਆ, ਛੋਟਾ ਸਮਝਿਆ ਤੇ ਛੋਟਾ ਸਮਝ ਕੇ ਗੁਰੂ ਨਾਨਕ ਸਾਹਿਬ ਕੋਲ ਆ ਗਿਆ ਤੇ ਆ ਕੇ ਮਾਲਕ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਤੇ ਲਿਪਟ ਗਿਆ ये प्रभु कथा बखिए मोही नहीं महात्मा जानियो तो ਤੇ ही ਆਖਿਆ ਕਿ हे ਪ੍ਰਭੂ ਜੀਓ, ਮੇਰੀ ਜਿਹੜੀ ਖਤਾ ਹੈ, ਮੇਰੀ ਜਿਹੜੀ ਭੁੱਲ ਹੈ, ਆਪ ਜੀ ਨੂੰ ਬਖਸ਼ ਦਿਓ। ਮੈਂ ਆਪ ਜੀ ਨੂੰ ਨਹੀਂ ਪਹਿਚਾਨ ਸਕਿਆ, ਆਪ ਜੀ ਦੀ ਅਜ਼ਮਤ ਨੂੰ ਨਹੀਂ ਜਾਣ ਸਕਿਆ, ਆਪ ਜੀ ਖੁਦ ਪ੍ਰਭੂ ਰੂਪ ਹੋ, ਮੈਂ ਆਪ ਜੀ ਨੂੰ ਜਾਣ ਨਹੀਂ ਸਕਿਆ। कोई पर लोक सहाय विशेषा हथ मुख हो कीजे उपदेशा ਆਪ ਜੀ ਕਿਰਪਾ ਕਰੋ, ਹੁਣ ਰਹਿਮਤ ਕਰਕੇ ਆਪਣੇ ਕੋਲੋਂ ਐਸਾ ਉਪਦੇਸ਼ ਬਖਸ਼ਿਸ਼ ਕਰੋ ਜਿਹੜਾ ਉਪਦੇਸ਼ ਮੇਰਾ ਪਰਲੋਕ ਵਿੱਚ ਵੀ ਸਹਾਇਕ ਹੋਵੇ, ਉਹ ਉਪਦੇਸ਼ ਮੇਰੀ ਝੋਲੀ ਵਿੱਚ ਪਾਵੋ। इत्यादिक बिरती भो करे श्रद्धा को पुर निश्चा करे ਇਹ ਤੇ ਆਦਿਕ ਹੋਰ ਬੜੀਆਂ ਬੇਨਤੀਆਂ ਬਲੀ ਕੰਧਾਰੀ ਜੀ ਨੇ ਗੁਰੂ ਸਾਹਿਬ ਅੱਗੇ ਕੀਤੀਆਂ ਔਰ ਸ਼ਰਧਾ ਨਾਲ ਗੁਰੂ ਪਾਤਸ਼ਾਹ ਉੱਤੇ ਨਿਸ਼ਠਾ ਉਹ ਰੱਖਦੇ ਹਨ। श्रद्धा को पुर निश्चा करे तब श्री गुर उपदेश बखाना तह मत्सर दुख नाह कमाना ਔਰ ਫਿਰ ਸਤਿਗੁਰੂ ਜੀ ਨੇ ਉੱਥੇ ਉਪਦੇਸ਼ ਦਿੱਤਾ, ਗਿਆਨ ਬਖਸ਼ਿਸ਼ ਕੀਤਾ ਔਰ ਉਪਦੇਸ਼ ਦਿੰਦਿਆਂ ਹੋਇਆਂ ਮਾਲਕ ਪਾਤਸ਼ਾਹ ਜੀ ਨੇ ਕਿਰਪਾ ਕਰਦੇ ਆ ਉਹਨਾਂ ਨੂੰ ਆਖਿਆ ਵੀ ਕਿਸੇ ਵੀ ਪ੍ਰਕਾਰ ਆਪਣੇ ਮਨ ਦੇ ਅੰਦਰ ਜਾਂ ਕਿਸੇ ਵੀ ਪ੍ਰਕਾਰ ਕੋਈ ਵੀ ਵਿਚਾਰ ਜਾਂ ਦੁੱਖ ਆਪਣੇ ਜੀਵਨ ਅੰਦਰ ਨਾ ਧਾਰਨ ਕਰੋ। जिसमें प्राप्त किछु ना हुए हर कर दया कर त्यागो सोए ਵੀ ਐਵੇਂ ਉਹਨਾਂ ਵਸਤੂਆਂ ਪਿੱਛੇ ਦੁਖੀ ਨਾ ਹੋਵੋ ਜਿਹੜੀ ਵਸਤੂ ਤੋਂ ਕੁਝ ਨਹੀਂ ਮਿਲਣਾ, ਸਗੋਂ ਜਿਹੜੀ ਵਸਤੂ ਤੋਂ ਕੁਝ ਪ੍ਰਾਪਤ ਨਹੀਂ ਹੋਣਾ ਉਹਨੂੰ ਛੱਡ ਕੇ ਖੁਸ਼ ਹੋਵੋ, ਉਹਦਾ ਤਿਆਗ ਕਰਦਿਆਂ ਹੋਇਆਂ ਆਪਣੀ ਪ੍ਰਸੰਨਤਾ ਨੂੰ ਮੰਨਣਾ ਕਰੋ। हर दम याद खुदाई करी जाए मनुख तन सफलो कर ली जाए ਹਰ ਦਮ ਮਤਲਬ ਹਰ ਸਵਾਸ ਦੇ ਨਾਲ ਖੁਦਾ ਨੂੰ ਯਾਦ ਕਰੋ ਤੇ ਆਪਣਾ ਮਨੁੱਖਾ ਜੀਵਨ ਜਿਹੜਾ ਹੈ ਇਹਨੂੰ ਸਫਲਿਆ ਕਰ ਲਵੋ। इत्यादिक गुर कहबो मानियो पद पंकज प्रणाम सोठानियो ਇੱਥੇ ਆਦਿਕ ਗੁਰੂ ਸਾਹਿਬ ਨੇ ਵਚਨ ਉੱਥੇ ਉਪਦੇਸ਼ ਵਜੋਂ ਆਖੇ, ਉਹ ਸਾਰੇ ਵਚਨਾਂ ਨੂੰ ਵਲੀ ਕੰਧਾਰੀ ਜੀ ਨੇ ਸੁਣਨਾ ਕੀਤਾ, ਉਪਦੇਸ਼ ਗ੍ਰਹਿਣ ਕੀਤਾ ਔਰ ਗ੍ਰਹਿਣ ਕਰਦਿਆਂ ਹੋਇਆਂ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਕੇ ਚਰਨਾਂ ਕਮਲਾਂ ਉੱਤੇ ਉਹ ਸੀਸ ਨਿਵਾਉਂਦੇ ਹਨ। अपने पीर कहे कर प्रेमा प्राप्त भई अधिक तिस क्षेमा ਔਰ ਗੁਰੂ ਪਾਤਸ਼ਾਹ ਜੀ ਨੂੰ ਆਪਣਾ ਪੀਰ ਜਾਣਦਿਆਂ ਹੋਇਆਂ ਉਹਨਾਂ ਦੇ ਅੱਗੇ ਪ੍ਰੇਮ ਸਹਿਤ ਆਪਣਾ ਸੀਸ ਨਿਵਾਉਂਦੇ ਨੇ ਔਰ ਕਵੀ ਜੀ ਜ਼ਿਕਰ ਕਰਦੇ ਵੀ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਉਪਦੇਸ਼ ਲੈ ਕੇ ਸਤਿਗੁਰੂ ਜੀ ਦਾ ਵਲੀ ਕੰਧਾਰੀ ਦੀ ਮੁਕਤੀ ਦੀ ਦਾਤ ਹਾਸਲ ਕਰਦੇ ਹਨ। रहो पीर तिस थाने गुरु कीण प्रस्थान ਉੱਥੇ ਉਹ ਕਹਿੰਦੇ ਕਵੀ ਜੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਉੱਥੋਂ ਪ੍ਰਸਥਾਨ ਕਰਕੇ ਅਗਾਂਹ ਚੱਲ ਪਏ ਤੇ ਪੀਰ ਜੀ ਉਸੇ ਪ੍ਰਸਥਾਨ ਤੇ ਰਹਿ ਗਏ। ਮਾਲਕ ਪਾਤਸ਼ਾਹ ਉੱਥੋਂ ਅਗਲੇ ਰਸਤੇ ਦੇ ਉੱਤੇ ਚੱਲ ਪੈਂਦੇ ਨੇ। ਹੁਣ ਖਿਆਲ ਰੱਖੀਏ, ਇਹ ਤੇ ਉਹ ਸਾਰਾ ਘਟਨਾ ਜਿਹੜਾ ਆਪਾਂ ਨਿਧਾਪਤੀ ਇਤਿਹਾਸ ਦੇ ਵਿੱਚ ਪੜ੍ਹਦੇ ਵੀ ਹਾਂ ਤੇ ਸੁਣਦੇ ਵੀ। ਹੁਣ ਖਿਆਲ ਕਰੀਏ, ਜਿੱਥੇ ਅਸੀਂ ਬਾਹਰੀ ਤੌਰ ਤੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ, ਉੱਥੇ ਨਾਲ ਨਾਲ ਵਲੀ ਕੰਧਾਰੀ ਜਿਹੜਾ ਹੈ ਉਹ ਸਤਿਗੁਰੂ ਜੀ ਦੇ ਖਿਲਾਫ ਹੈ, ਮਤਲਬ ਸਾਡੀ ਮਨ ਮਤ ਗੁਰੂ ਦੀ ਮਤ ਦੇ ਖਿਲਾਫ ਹੈ। ਜਿਹੜੀ ਮਨ ਦੀ ਮਤ ਨਿਧਾ ਪ੍ਰਤੀ ਆਪਣੀ ਸੋਚ ਦੇ ਪੱਥਰ ਸੁੱਟਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ, ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਗੁਰਮਤਿ ਦਾ ਜਲ ਦਾ ਪ੍ਰਵਾਹ ਹੈ ਨਾ, ਉਹ ਗੁਰੂ ਦੀ ਮਤ ਦਾ ਪ੍ਰਵਾਹ, ਜਲ ਰੂਪੀ ਪ੍ਰਵਾਹ ਰੁਕ ਸਕੇ। ਪਰ ਜੇ ਕਿਤੇ ਅਸੀਂ ਆਪਣੇ ਜੀਵਨ ਅੰਦਰ ਗੁਰੂ ਦੀ ਮਤ ਦੇ ਧਾਰਨੀ ਬਣ ਜਾਈਏ, ਫਿਰ ਮਨ ਦੀ ਮਤ ਦੁਆਰਾ ਔਗਣਾਂ ਦੇ ਸੁੱਟੇ ਹੋਏ ਪੱਥਰ, ਕਠੋਰਤਾ ਦੇ ਸੁੱਟੀਆਂ ਹੋਈਆਂ ਸਿੱਲਾਂ ਕਦੇ ਵੀ ਗੁਰੂ ਦੀ ਮਤ ਦੇ ਜਲ ਦੇ ਪ੍ਰਵਾਹ ਨੂੰ ਨਹੀਂ ਰੋਕ ਸਕਦੀਆਂ। ਪਰ ਜੇ ਅਸੀਂ ਗੁਰੂ ਦੀ ਮਤ ਦੇ ਧਾਰਨੀ ਬਣ ਜਾਈਏ, ਅਫਸੋਸ ਇਸ ਗੱਲ ਦਾ ਹੈ ਵੀ ਅਸੀਂ ਆਪਣੀ ਮਨ ਦੀ ਮਤ ਦੇ ਧਾਰਨੀ ਬਣੇ ਹੋਏ ਆ ਤੇ ਉਹਦੇ ਧਾਰਨੀ ਬਣ ਕੇ ਉਹਦੇ ਵੱਲੋਂ ਸੁੱਟੇ ਹੋਏ ਪੱਥਰ ਸਾਡੇ ਵੱਜਦੇ ਵੀ ਨੇ, ਸਾਨੂੰ ਤਕਲੀਫ ਵੀ ਹੁੰਦੀ ਹੈ ਤੇ ਉਹ ਵੱਜੇ ਹੋਏ ਪੱਥਰ ਸਾਨੂੰ ਉਸ ਜਲ ਤੋਂ, ਗੁਰੂ ਦੀ ਮਤ ਤੋਂ ਕੋਹਾਂ ਦੂਰ ਕਰ ਦਿੰਦੇ ਨੇ। ਸਾਡੀ ਮਨ ਦੀ ਮਤ ਦੁਆਰਾ ਸੁੱਟੇ ਹੋਏ ਜਿਹੜੇ ਪੱਥਰ ਨੇ, ਮਾਲਕ ਪਾਤਸ਼ਾਹ ਨੇ ਉੱਥੇ ਉਪਦੇਸ਼ ਦਿੰਦਿਆਂ ਜਿੱਥੇ ਵਲੀ ਕੰਧਾਰੀ ਜੀ ਨੂੰ ਉਪਦੇਸ਼ ਦਿੱਤਾ, ਉੱਥੇ ਸਾਡੇ ਜੀਵਨਾਂ ਵਿੱਚ ਵੀ ਇਹ ਉਪਦੇਸ਼ ਹੈ ਕਿ ਅਸੀਂ ਗੁਰੂ ਦੀ ਮਤ ਦੇ ਧਾਰਨੀ ਬਣ ਕੇ ਤੇ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਬੰਦਗੀ ਹੈ, ਰੱਬ ਜੀ ਦਾ ਚਿੰਤਨ ਹੈ, ਅਸੀਂ ਉਹਦੇ ਵਿੱਚ ਸਦੀਵ ਜੁੜੇ ਰਹੀਏ, ਹਰ ਦਮ ਉਹਦੇ ਯਾਦ ਵਿੱਚ ਜੁੜੇ ਰਹੀਏ ਤਾਂ ਜੋ ਇੱਕ ਇੱਕ ਦਮ ਨਾਲ ਉਹਨੂੰ ਸੰਭਾਲਦਿਆਂ ਹੋਇਆਂ ਅਸੀਂ ਆਪਣਾ ਮਨੁੱਖਾ ਜੀਵਨ ਜਿਹੜਾ ਉਹਨੂੰ ਸਫਲਿਆ ਕਰ ਸਕੀਏ। ਇਸ ਤਰ੍ਹਾਂ ਸਤਿਗੁਰੂ ਜੀ ਉੱਥੋਂ ਉਪਦੇਸ਼ ਦੇ ਕੇ ਵਲੀ ਕੰਧਾਰੀ ਜੀ ਨੂੰ ਆਪ ਮਾਲਕ ਪਾਤਸ਼ਾਹ ਉੱਥੋਂ ਪ੍ਰਸਥਾਨ ਕਰ ਜਾਂਦੇ ਨੇ ਤੇ ਵਲੀ ਕੰਧਾਰੀ ਜੀ ਉੱਥੇ ਰਹਿ ਜਾਂਦੇ ਹਨ। है अब लग सो जगत में जल प्रवाह तिस स्थान ਤੇ ਕਵੀ ਜੀ ਆਖਦੇ ਵੀ ਅੱਜ ਤੱਕ ਉਹ ਜਲ ਦਾ ਪ੍ਰਵਾਹ ਉਸੇ ਤਰ੍ਹਾਂ ਜਗਤ ਦੇ ਵਿੱਚ ਚੱਲ ਰਿਹਾ ਹੈ ਜਿਵੇਂ ਉਸ ਵਕਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਲਾਉਣਾ ਕੀਤਾ। श्री अंगद सुनिए गुण पवनं आज्ञा कीण गुरु पुर गवनं ਇਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਉਹ ਗੁਣਾਂ ਦੇ ਖਜ਼ਾਨੇ, ਉਸ ਤੋਂ ਅਗਾਂਹ ਆਪਣੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਾਰਤਾ ਸੁਣੋ, ਉੱਥੋਂ ਮਾਲਕ ਪਾਤਸ਼ਾਹ ਜੀ ਅਗਾਂਹ ਫਿਰ ਗਮਨ ਕਰਦੇ ਹਨ। जाते पंथ में खेत निहारा पाके चने करे एक सारा ਸਤਿਗੁਰੂ ਜੀ ਤੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਨੂੰ ਕਹਿੰਦੇ ਵੀ ਅਸੀਂ ਤੋਏ ਜਾ ਰਹੇ ਤੰਨੇ ਜਣੇ ਪਿੰਡਾਂ ਤੈਅ ਕਰਦੇ ਹੋਇਆ ਤੇ ਰਾਹ ਦੇ ਵਿੱਚ ਨਾ ਵੇਖਿਆ ਕਿ ਪੰਥ ਮੈਂ ਖੇਤ ਨਿਹਾਰਾ, ਇੱਕ ਪੰਥ ਦੇ ਰਸਤੇ ਦੇ ਉੱਤੇ ਖੇਤ ਨਿਹਾਰੇ ਵਿਖੇ ਫਸਲ ਲੱਗੀ ਹੋਈ ਵੇਖੀ, ਪਾਕੇ ਚਨੇ ਖਰੇ ਇੱਕ ਸਾਰਾ। ਉਹ ਜਿਹੜੀ ਫਸਲ ਸੀ ਨਾ ਉਹ ਚਣਿਆਂ ਦੀ ਸੀ, ਛੋਲਿਆਂ ਦੀ ਫਸਲ ਸੀ, ਪੱਕੀ ਹੋਈ ਸੀ ਉਹ ਫਸਲ। ਉਸ ਫਸਲ ਨੂੰ ਜਦੋਂ ਗੁਰੂ ਪਾਤਸ਼ਾਹ ਜੀ ਨੇ ਨਿਹਾਰਿਆ, ਭਾਈ ਮਰਦਾਨਾ ਜੀ ਨਿਹਾਰਦੇ ਤੇ ਜਦੋਂ ਮੈਂ ਉਸ ਫਸਲ ਨੂੰ ਨਿਹਾਰਨਾ ਕੀਤਾ, एक मरदाने हृदय लुभाया श्री नानक संग बैठ कराया ਉਸ ਫਸਲ ਨੂੰ ਵੇਖ ਕੇ ਤੇ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਨਾਲ ਬਚਨ ਅਲਾਏ एक चरण को बहु फल लाग्यो एक चावण मम मन अनुराग्यो ਤੇ ਉਹਨਾਂ ਨੇ ਬਚਨ ਕਰਦਿਆਂ ਆਖਿਆ ਵੀ ਮਾਲਕ ਜੀ ਉਹ ਵੀ ਫਸਲ ਪੱਕੀ ਹੋਈ ਹੈ, ਚਣੇ ਪੱਕੇ ਹੋਏ ਨੇ ਤੇ ਜਿੱਦ ਕਰ ਲਿਆ ਵੀ ਆਪਾਂ ਇਹਨਾਂ ਚਣਿਆਂ ਨੂੰ ਚੱਬਣਾ ਕਰੀਏ, ਆਪਾਂ ਇੱਥੇ ਰੁਕ ਕੇ ਇਸ ਫਸਲ ਦੇ ਵਿੱਚੋਂ ਕੁਝ ਚਣੇ ਜਿਹੜੇ ਉਹਨਾਂ ਨੂੰ ਚਬਾਉਣਾ ਕਰੀਏ। आयस देसो बूट उतारो एक ना अगन जगाए सवारो ਵੀ ਆਪ ਦੀ ਆਗਿਆ ਦੇਵੋ, ਆਗਿਆ ਦੇ ਕੇ ਆਪਾਂ ਇਹਦੇ ਵਿੱਚੋਂ ਕੁਝ ਚਣੇ ਜਿਹੜੇ, ਕੁਝ ਬੂਟੇ ਜਿਹੜੇ ਉਹ ਕੱਟ ਲੈਂਦੇ ਆ ਤੇ ਆਪ ਦੀ ਆਗਿਆ ਤੋਂ ਇੱਥੇ ਹੀ ਅੱਗ ਬਾਲ ਕੇ ਆਪਾਂ ਇਹਨਾਂ ਚਣਿਆਂ ਨੂੰ ਸਵਾਰ ਲੈਂਦੇ ਹਾਂ। सुन बिगसे बेटी कुल दीपा बैठ गए ते खेत समीपा ਸਤਿਗੁਰੂ ਜੀ ਉਸ ਜਗ੍ਹਾ ਦੇ ਉੱਤੇ ਭਾਈ ਮਰਦਾਨਾ ਜੀ ਦੇ ਬਚਨ ਸੁਣ ਕੇ ਨਾ ਬੜੇ ਪ੍ਰਸੰਨ ਹੋਏ। ਮਾਲਕ ਪਾਤਸ਼ਾਹ ਜੀ ਉਸੇ ਸਥਾਨ ਦੇ ਉੱਤੇ ਉਸ ਖੇਤ ਦੇ ਨਜ਼ਦੀਕ ਮਾਲਕ ਜੀ ਨੇ ਆਪਣਾ ਡੇਰਾ ਕਰ ਲਿਆ। तह एक बालक थोर गवारा श्री गुरु गोविंद दर्शन हारा ਉਸ ਖੇਤ ਦਾ ਉੱਥੇ ਰਖਵਾਲਾ ਸੀ ਇੱਕ ਬਾਲਕ, ਇੱਕ ਬੱਚਾ ਜਿਹੜਾ ਖੇਤ ਦੀ ਰਖਵਾਲੀ ਕਰ ਰਿਹਾ। ਜਦੋਂ ਉੱਥੇ ਉਹ ਧੰਨ ਗੁਰੂ ਨਾਨਕ ਸਾਹਿਬ ਨੂੰ ਵੇਖਦਾ ਹੈ, ਭਾਈ ਬਾਲਾ ਜੀ ਨੂੰ, ਮਰਦਾਨਾ ਜੀ ਨੂੰ ਵੇਖਦਾ ਹੈ, ਉਸ ਵਕਤ ਨਾ ਉਹ ਧੰਨ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਾਹਿਬ ਜੀ ਦੇ ਦੀਦਾਰ ਜਦੋਂ ਆਪਣੇ ਨੇਤਰਾਂ ਨਾਲ ਵੇਖਦਾ ਹੈ, फिरता निमड़ प्यो पिसाला आस कारज कीनो देह काला ਉਹਦਾ ਫਿਰਦਾ ਬੜਾ ਸਕੂਨ ਵਾਲਾ ਨਿਰਮਲ ਹੋਇਆ ਜਦੋਂ ਉਹਨੇ ਸਾਹਿਬ ਦੇ ਦਰਸ਼ਨ ਕੀਤੇ। ਤੇ ਜਿਵੇਂ ਬਚਨ ਭਾਈ ਮਰਦਾਨਾ ਜੀ ਨੇ ਆਖਿਆ ਸੀ ਵੀ ਮਾਲਕ ਜੀ ਆਪਾਂ ਚਣੇ ਸਵਾਰ ਲੈਂਦੇ ਆ, ਇੱਥੇ ਛਕ ਲੈਂਦੇ ਆ, ਉਹਨੇ ਉਹੀ ਕਾਰਜ ਜਿਹੜਾ ਹੈ ਉੱਥੇ ਕਰਨਾ ਕੀਤਾ। अपने कर सो बूट उखारे पावक बारी खरे सवारे ਉਹਨੇ ਨਾ ਕੀ ਕੀਤਾ, ਬਾਲਕ ਨੇ ਆਪਣੇ ਹੱਥਾਂ ਨਾਲ ਬੂਟਿਆਂ ਨੂੰ ਪੱਟਿਆ, ਉਹਦੇ ਤੋਂ ਚਣੇ ਜਿਹੜੇ ਮਤਲਬ ਉੱਥੇ ਅੱਗ ਬਾਲੀ, ਅੱਗ ਬਾਲ ਕੇ ਤੇ ਉੱਥੇ ਉਹਨਾਂ ਚਣਿਆਂ ਨੂੰ ਫਿਰ ਸਵਾਰਨਾ ਕੀਤਾ। श्री गुरु आगे करे सो जाई बैठो निकट
ਆਪ ਹੀ ਤਲਾਈ ਉਹ ਸਵਾਰ ਕੇ ਸੋਹਣੇ ਅੱਗ ਦੇ ਨਾਲ ਭੁੰਨ ਕੇ ਉਹ ਚਣੇ ਤੇ ਲਗਾ ਕੇ ਉਹਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖ ਦਿੱਤੇ। ਸ੍ਰੀ ਪ੍ਰਭ ਕਹੈ ਲੇਹ ਮਰਦਾਨੇ ਚਾਹ ਤੋ ਜੇ ਹਿਰਦੇ ਕਰੋ ਸੇ ਖਾਨੇ। ਤੇ ਉਦੋਂ ਫਿਰ ਸਤਿਗੁਰੂ ਜੀ ਸੰਬੋਧਨ ਕਰਦੇ ਕਹਿੰਦੇ ਲੋ ਮਰਦਾਨਾ ਜੀ ਜਿਹੜੀ ਇੱਛਾ ਸੀ ਆਪ ਜੀ ਨੇ ਆਖੀ ਉਹ ਪੂਰੀ ਹੋਈ ਹੈ। ਆਪ ਜੀ ਹੁਣ ਇਹਨਾਂ ਚਣਿਆਂ ਨੂੰ ਛਕਣਾ ਕਰੋ। ਆਇਸ ਮਾਨੀ ਕੀਣ ਚਬੀਣਾ ਸਰਬ ਨਿਬੇਰ ਸਵਾਦ ਬੋਲੀਨਾ। ਕਹਿੰਦੇ ਆਇਸ ਮੰਨ ਕੇ ਆਗਿਆ ਮੰਨ ਕੇ ਭਾਈ ਮਰਦਾਨਾ ਜੀ ਨੇ ਉਹਨਾਂ ਚਣਿਆਂ ਨੂੰ ਚਬਾਣਾ ਕੀਤਾ ਮਤਲਬ ਛਕਣਾ ਕੀਤਾ। ਬੜਾ ਰਸ ਲੈ ਕੇ ਬੜੀ ਖੁਸ਼ੀ ਦੇ ਨਾਲ ਉਹਨਾਂ ਚਣਿਆਂ ਨੂੰ ਉੱਥੇ ਫਿਰ ਛਕਦੇ ਹਨ। ਉਹਨ ਬਾਲਕ ਕੇ ਅਸ ਕੋਲ ਆਈ ਕਛ ਭੋਜਨ ਆਨੋ ਕਰ ਜਾਈ। ਕਹਿੰਦੇ ਉਸ ਤੋਂ ਬਾਅਦ ਨਾ ਬਾਲਕ ਦੇ ਹਿਰਦੇ ਵਿੱਚ ਇਉਂ ਆਈ ਤੇ ਉਹਨੇ ਬੋਲ ਕੇ ਆਖਿਆ ਕਹਿੰਦਾ ਜੀ ਮੈਂ ਘਰੇ ਜਾ ਕੇ ਆਪ ਜੀ ਦੇ ਛਕਣ ਵਾਸਤੇ ਕੁਝ ਕੁ ਭੋਜਨ ਜਿਹੜਾ ਉਹ ਲੈ ਕੇ ਆਉਂਦਾ ਹਾਂ। ਦੇਵੋ ਸੰਤਨ ਅਹੈ ਸਦਾਤੁਰ ਕਰ ਵਿਚਾਰ ਤਬ ਚੱਲਣ ਲਗਾ ਕਰ। ਇਸ ਤਰ੍ਹਾਂ ਵਿਚਾਰ ਕਰਕੇ ਤੇ ਉਹ ਆਪਣੇ ਘਰ ਨੂੰ ਚੱਲਣ ਲੱਗਾ ਕਿ ਮੈਂ ਆਪ ਜੀ ਦੀ ਪੇਟ ਦੀ ਭੁੱਖ ਵਾਸਤੇ ਪੇਟ ਦੀ ਪੂਰਤੀ ਵਾਸਤੇ ਘਰੋਂ ਭੋਜਨ ਤਿਆਰ ਕਰਵਾ ਕੇ ਲਿਆਉਂਦਾ ਹਾਂ। ਬੂਝਣ ਕੀਣ ਪ੍ਰਭੂ ਨੇ ਤਬੀ ਕਹਾਂ ਚਲਿਓ ਬਾਲਕ ਤੂੰ ਅਭੀ। ਔਰ ਉਸ ਵਕਤ ਜਦੋਂ ਉਹ ਘਰ ਨੂੰ ਚੱਲਣ ਲੱਗਾ ਮਾਲਕ ਪਾਤਸ਼ਾਹ ਨੇ ਉਹਨੂੰ ਪੁੱਛਿਆ ਵੀ ਬਾਲਕ ਹੁਣ ਤੂੰ ਕਿਸ ਪਾਸੇ ਚੱਲਿਆ ਹੋਇਆ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਉਹਨੂੰ ਪੁੱਛਦੇ ਹਨ ਹਾਥ ਬੰਦ ਕਹਿਓ ਮੈਂ ਕਰ ਜਾਵੋ ਠੀਕ ਤੁਮਾਰੇ ਭੋਜਨ ਲਿਆਵੋ। ਉਹਨੇ ਹੱਥ ਬੰਨ ਕੇ ਆਖਿਆ ਕਹਿੰਦਾ ਮਾਲਕ ਜੀ ਮੈਂ ਚੱਲਿਆ ਘਰੇ ਆਪ ਜੀ ਦੇ ਵਾਸਤੇ ਭੋਜਨ ਲੈਣ ਲਈ ਮੈਂ ਗ੍ਰਹਿ ਵਿਖੇ ਜਾ ਰਿਹਾ ਹਾਂ। ਆਪ ਸੰਤ ਸੁਖ ਦੇਖ ਨੇਰਾ ਪਾਵੋ ਬਦਨ ਭਲਾ ਹੋਏ ਮੇਰਾ। ਔਰ ਆਪ ਜੀ ਉਹ ਸੰਤ ਆਪ ਜੀ ਉਹ ਖੁਦ ਰੱਬ ਰੂਪ ਤੇ ਆਪ ਜੀ ਸੁਖ ਦੇਣ ਵਾਲਿਓ ਬਖਸ਼ਿਸ਼ ਕਰਨ ਵਾਲਿਓ ਤੇ ਆਪ ਜੀ ਕਿਰਪਾ ਕਰੋ ਵੀ ਮੇਰੇ ਉੱਤੇ ਵੀ ਬਖਸ਼ਿਸ਼ ਕਰੋ ਮੇਰਾ ਵੀ ਭਲਾ ਹੋ ਜਾਵੇ। ਇਹ ਤੇ ਉਰ ਕੋ ਪਾਉ ਲਖਾਨਾ ਕਿਰਪਾ ਤਾਰ ਗੁਰ ਬਚਨ ਬਖਾਨਾ। ਉਹਦੇ ਹਿਰਦੇ ਦਾ ਪ੍ਰੇਮ ਸਤਿਗੁਰੂ ਜੀ ਨੇ ਵੇਖ ਕੇ ਤੇ ਆਪਣੇ ਮੁਖਾਰ ਬਿੰਦ ਤੋਂ ਫਿਰ ਬਚਨੇ ਆਖੇ ਅਸ ਕਹਿ ਬਖਸ਼ੀ ਤਿਨ ਸੁਲਤਾਨੀ ਆਗੇ ਗਮਨ ਕੀਨ ਗੁਣ ਖਾਨੀ। ਤੇ ਉੱਥੇ ਮਾਲਕ ਜੀ ਨੇ ਬਖਸ਼ਿਸ਼ ਕਰਦਿਆਂ ਆਖਿਆ ਵੀ ਅੱਜ ਤੇ ਤੂੰ ਹੈ ਖੇਤ ਦਾ ਰਖਵਾਲਾ ਅਕਾਲ ਪੁਰਖ ਪਰਮੇਸ਼ਵਰ ਰਹਿਮਤ ਕਰੇ ਤੈਨੂੰ ਸੁਲਤਾਨੀ ਮਿਲੇ ਤੈਨੂੰ ਬਾਦਸ਼ਾਹੀ ਮਿਲੇ। ਮਤਲਬ ਤੇਰਾ ਚਿੱਤ ਜਿਹੜਾ ਉਹ ਬਹੁਤ ਵੱਡੇ ਰਾਜਿਆਂ ਵਾਲਾ ਹੈ ਖੁੱਲ੍ਹ ਦਿਲੀ ਦਾ ਤੂੰ ਮਾਲਕ ਹੈ ਰੱਬ ਤੈਨੂੰ ਕਿਰਪਾ ਕਰਕੇ ਸੁਲਤਾਨੀ ਬਾਦਸ਼ਾਹੀ ਦੇਵੇ। ਇਸ ਤਰ੍ਹਾਂ ਬਚਨ ਕਹਿ ਕੇ ਸਤਿਗੁਰੂ ਜੀ ਉੱਥੇ ਉਸ ਬਾਲਕ ਨੂੰ ਸੁਲਤਾਨੀ ਬਖਸ਼ਦੇ ਹਨ। ਬਾਲਕ ਕਹਿਓ ਖੇਤ ਟਿਕ ਪੈਸਾ ਤਾਹੇ ਬਿਰਤੰਤ ਹੋਤ ਪਾ ਐਸਾ। ਉੱਥੋਂ ਮਾਲਕ ਪਾਤਸ਼ਾਹ ਜੀ ਉਹਨੂੰ ਸੁਲਤਾਨੀ ਦੇ ਕੇ ਬਖਸ਼ਿਸ਼ ਕਰਕੇ ਬਚਨ ਕਹਿ ਕੇ ਅਗਾਂਹ ਚੱਲ ਪਏ ਤੇ ਬਾਲਕ ਉੱਥੇ ਆਪਣੇ ਖੇਤਾਂ ਵਿੱਚ ਹੀ ਬੈਠਾ ਰਿਹਾ। ਅਗਾਂਹ ਸਾਰਾ ਕੀ ਕੁੱਤ ਵਰਤਦਾ ਹੈ ਕਿਵੇਂ ਉਸ ਬਾਲਕ ਨੂੰ ਬਾਦਸ਼ਾਹੀ ਮਿਲਦੀ ਹੈ ਉਹ ਸਾਰੇ ਦਾ ਸਾਰਾ ਬਿਰਤਾਂਤ ਆਪ ਸੰਗਤਾਂ ਅਗਲੇ ਦੀਵਾਨਾਂ ਦੇ ਅੰਦਰ ਸ਼ਰਵਣ ਕਰੋਗੀਆਂ। ਨਾਲ ਨਾਲ ਆਪਾਂ ਅੱਜ ਦੇ ਇਤਿਹਾਸਕ ਦਿਹਾੜੇ ਦੀ ਵਿਚਾਰ ਵੀ ਸਾਂਝੀ ਕਰਦੇ ਚੱਲੀਏ। ਅੱਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੇ ਦੂਸਰੇ ਫਰਜ਼ੰਦ ਬਾਬਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਵੀ ਹੈ। ਆਪ ਸਭ ਸੰਗਤਾਂ ਨੂੰ ਬਾਬਾ ਜੁਝਾਰ ਸਿੰਘ ਜੀ ਕੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਜਿਸ ਵਕਤ ਆਪਾਂ ਸੰਸਾਰ ਵਿੱਚ ਵਿਚਰਦੇ ਹਾਂ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕੇ ਜਦੋਂ ਫਰਜ਼ੰਦਾਂ ਦੀ ਬਾਤ ਕਰਦੇ ਹਾਂ ਤੇ ਸਹਿਜ ਸੁਭਾਅ ਸਾਡੀ ਜ਼ੁਬਾਨ ਸਾਡੀ ਰਸਨਾ ਗੁਰੂ ਕਲਗੀਧਰ ਸਾਹਿਬ ਦੀ ਸ਼ੋਭਾ ਗਾਉਂਦਿਆਂ ਗਾਉਂਦਿਆਂ ਮਾਲਕ ਪਾਤਸ਼ਾਹ ਜੀ ਕੇ ਫਰਜ਼ੰਦਾਂ ਦੀ ਵੀ ਅਸੀਂ ਵਡਿਆਈ ਕਰਦੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇੱਕ ਨਹੀਂ ਦੋ ਨਹੀਂ ਚਾਰ ਫਰਜ਼ੰਦ ਨੇ ਔਰ ਚਾਰੇ ਦੇ ਚਾਰੇ ਫਰਜ਼ੰਦ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲਾ ਹੈ। ਆਪਾਂ ਸਾਰੇ ਪਰਿਵਾਰਾਂ ਵਾਲੇ ਹਾਂ ਔਰ ਜਦੋਂ ਘਰ ਦੇ ਵਿੱਚ ਔਲਾਦ ਦਾ ਜ਼ਿਕਰ ਕਰਦੇ ਹਾਂ ਤੇ ਅਸੀਂ ਸਹਿਜ ਸੁਭਾਅ ਇਹ ਗੱਲ ਆਖਦੇ ਹਾਂ ਕਿ ਰੱਬ ਜੀਓ ਅਕਾਲ ਪੁਰਖ ਜੀਓ ਸਾਨੂੰ ਔਲਾਦ ਚੰਗੀ ਦੇ ਇਹਨਾਂ ਨੂੰ ਚੰਗੀ ਸੁਮਤ ਦੇ ਕੇ ਨਵਾਜਿਓ। ਪਰ ਖਿਆਲ ਕਰੀਏ ਜਦੋਂ ਅਸੀਂ ਰੱਬ ਜੀ ਕੋਲੋਂ ਔਲਾਦ ਦੀ ਮੰਗ ਕਰਦੇ ਹਾਂ ਉਦੋਂ ਅਸੀਂ ਸਿਰਫ ਔਲਾਦ ਮੰਗਦੇ ਹਾਂ ਕਿ ਰੱਬਾ ਸਾਡੇ ਘਰ ਦੇ ਵਿੱਚ ਪੁੱਤਰ ਨਹੀਂ ਸਾਡੇ ਘਰ ਵਿੱਚ ਧੀ ਮਤਲਬ ਔਲਾਦ ਰੂਪ ਵਿੱਚ ਅਸੀਂ ਮੰਗ ਰੱਖੀ। ਉਹ ਕਿੱਦਾਂ ਦੀ ਔਲਾਦ ਹੋਏਗੀ ਕਿੱਦਾਂ ਦੀ ਨਹੀਂ ਇਸ ਗੱਲ ਤੋਂ ਅਸੀਂ ਅਣਜਾਣ ਹਾਂ। ਪਰ ਜੇ ਕਿਤੇ ਉਹ ਔਲਾਦ ਜੈਸੀ ਔਲਾਦ ਆਪ ਜੀ ਨੇ ਸਾਡੀ ਝੋਲੀ ਵਿੱਚ ਪਾਈ ਹੈ ਐਸੀ ਔਲਾਦ ਆਪ ਜੀ ਸਾਰੇ ਸੰਸਾਰ ਵਿੱਚ ਹਰ ਮਾਂ ਬਾਪ ਦੀ ਝੋਲੀ ਵਿੱਚ ਐਸੀ ਔਲਾਦ ਪਾਓ। ਇਸੇ ਤਰ੍ਹਾਂ ਹੁਣ ਗੁਰੂ ਕਲਗੀਧਰ ਪਾਤਸ਼ਾਹ ਕੋਲ ਬਾਬਾ ਅਜੀਤ ਸਿੰਘ ਜੀ ਗੁਣ ਭਰਪੂਰ ਨੇ ਬਾਬਾ ਜੁਝਾਰ ਸਿੰਘ ਜੀ ਗੁਣ ਭਰਪੂਰ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਗੁਣ ਭਰਪੂਰ ਨੇ। ਸੁਭਾਵਿਕ ਜਿਹੀ ਬਾਤ ਹੈ ਇੱਕ ਦੇ ਘਰ ਵਿੱਚ ਜਦੋਂ ਅਸੀਂ ਚੰਗੀ ਔਲਾਦ ਵੇਖਦੇ ਹਾਂ ਤੇ ਸਾਡੇ ਦਿਲ ਅੰਦਰ ਲਾਲਸਾ ਆਉਂਦੀ ਹੈ ਇੱਛਾ ਆਉਂਦੀ ਹੈ ਕਿ ਸਾਡੇ ਘਰ ਵਿਚਲੀ ਔਲਾਦ ਵੀ ਐਸੀ ਹੋਵੇ। ਸਤਿਗੁਰੂ ਨੇ ਬਖਸ਼ਿਸ਼ ਵੇਖੋ ਵਰਤਾਈ ਕਿ ਮਾਲਕ ਦੇ ਫਰਜ਼ੰਦਾਂ ਦੀ ਰੀਸ ਨਹੀਂ ਹੈ ਤੇ ਨਾ ਹੀ ਅਸੀਂ ਰੀਸ ਕਰ ਸਕਦੇ ਹਾਂ। ਪਰ ਮਾਲਕ ਜੀ ਨੇ ਹਰ ਘਰ ਵਿੱਚ ਆਪਣੇ ਫਰਜ਼ੰਦ ਦਿੱਤੇ ਹਰ ਘਰ ਵਿੱਚ ਬਖਸ਼ਿਸ਼ ਕੀਤੀ ਤੇ ਸਾਹਿਬ ਨੇ ਹਰ ਘਰ ਦੀ ਔਲਾਦ ਵੱਲ ਹਰ ਘਰ ਵੱਲ ਹੱਥ ਕਰਕੇ ਕਿਹਾ ਸੀ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਨੂੰ ਇਹ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਮਤਲਬ ਉਹਨਾਂ ਚਾਰਾਂ ਨਾਲੋਂ ਵਧੇਕ ਸਨ ਇਹ ਹਜ਼ਾਰ ਜਿਨ੍ਹਾਂ ਕਰਕੇ ਚਾਰ ਵੀ ਕੁਰਬਾਨ ਕੀਤੇ। ਆ ਸਾਡਾ ਫਰਜ਼ ਬਣਦਾ ਹੈ ਜਿੱਥੇ ਅਸੀਂ ਆਪਣੀ ਔਲਾਦ ਵਿੱਚ ਚੰਗੇ ਗੁਣਾਂ ਦੀ ਦਾਤ ਮੰਗਦੇ ਹਾਂ ਤੇ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਆਪਣੀ ਔਲਾਦ ਨੂੰ ਅਸੀਂ ਗੁਰਬਾਣੀ ਦੀ ਗੁਰਤੀ ਹੇਠਾਂ ਗੁਰਬਾਣੀ ਦੀ ਛਾਂ ਹੇਠਾਂ ਪਾਲੀਏ। ਅਸੀਂ ਆਪਣੀ ਔਲਾਦ ਨੂੰ ਜਿਵੇਂ ਧੰਨ ਗੁਰੂ ਕਲਗੀਧਰ ਸਾਹਿਬ ਨੇ ਸ਼ਸਤਰ ਔਰ ਸ਼ਾਸਤਰ ਵਿਦਿਆ ਆਪਣੀ ਦੇਖ ਰੇਖ ਵਿੱਚ ਦਿੱਤੀ ਹੈ ਨਾ ਜਿਵੇਂ ਗੁਰੂ ਕਲਗੀਧਰ ਸਾਹਿਬ ਨੇ ਗੁਰਬਾਣੀ ਦੀ ਛਾਂ ਹੇਠਾਂ ਉਹਨਾਂ ਸਾਰੇ ਫਰਜ਼ੰਦਾਂ ਦੀ ਪਰਵਰਿਸ਼ ਕੀਤੀ ਉਵੇਂ ਕਿਤੇ ਅਸੀਂ ਆਪਣੀ ਔਲਾਦ ਦੀ ਪਰਵਰਿਸ਼ ਵੀ ਗੁਰਬਾਣੀ ਦੇ ਆਧਾਰ ਤੇ ਕਰੀਏ। ਜਿਵੇਂ ਸਾਹਿਬ ਨੇ ਇਤਿਹਾਸ ਦੀ ਆਧਾਰ ਉੱਤੇ ਆਪਣੀ ਔਲਾਦ ਨੂੰ ਸੰਭਾਲਿਆ ਆਪਣੀ ਔਲਾਦ ਦੀ ਪਰਵਰਿਸ਼ ਕੀਤੀ ਉਸੇ ਤਰ੍ਹਾਂ ਕਿਤੇ ਅਸੀਂ ਆਪਣੀ ਔਲਾਦ ਦੀ ਪਰਵਰਿਸ਼ ਗੁਰ ਇਤਿਹਾਸ ਦੇ ਆਧਾਰ ਉੱਤੇ ਕਰੀਏ। ਸਾਹਿਬ ਦੇ ਘਰ ਵਿੱਚ ਸੰਨ 1691 ਵਿੱਚ ਮਾਤਾ ਜੀਤੋ ਜੀ ਦੀ ਕੁੱਖ ਤੋਂ ਬਾਬਾ ਜੁਝਾਰ ਸਿੰਘ ਜੀ ਜਨਮ ਲੈਂਦੇ ਨੇ ਆਪਣੇ ਵੱਡੇ ਭਰਾਤਾਂ ਨੂੰ ਵੇਖ ਕੇ ਆਪਣਾ ਜਿਵੇਂ ਉਹ ਸਮਾਂ ਗੁਜ਼ਾਰਦੇ ਉਹ ਕਰਮ ਕਰਦੇ ਉਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਜਿਵੇਂ ਅਜੀਤ ਸਿੰਘ ਨੂੰ ਸ਼ਸਤਰ ਚਲਾਉਂਦਿਆਂ ਵੇਖਣਾ ਆਪਣੀ ਇੱਛਾ ਪ੍ਰਗਟ ਕਰਨੀ ਅਜੀਤ ਸਿੰਘ ਜੀ ਨੂੰ ਗੁਰਬਾਣੀ ਪੜ੍ਹਦਿਆਂ ਵੇਖਣਾ ਗੁਰੂ ਪਿਤਾ ਜੀ ਨੂੰ ਕਹਿਣਾ ਵੀ ਮੈਂ ਵੀ ਗੁਰਬਾਣੀ ਪੜ੍ਹਨੀ ਮੇਰੀ ਵੀ ਝੋਲੀ ਵਿੱਚ ਗਿਆਨ ਇਹ ਪਾਓ। ਜਿਵੇਂ ਚਮਕੌਰ ਦੀ ਜੰਗ ਵਿੱਚ ਜੂਝਦਿਆਂ ਆਪਣੇ ਵੱਡੇ ਭਰਾ ਨੂੰ ਵੇਖਿਆ ਫਿਰ ਵੀ ਇੱਛਾ ਬਦਲੀ ਨਹੀਂ ਫਿਰ ਵੀ ਆਪਣੇ ਪਿਤਾ ਕੋਲ ਜਾ ਕੇ ਇਹੋ ਆਖਿਆ ਵੀ ਜਿਵੇਂ ਵੱਡੇ ਭਰਾਤਾ ਜੀ ਨੇ ਜੰਗ ਦੇ ਮੈਦਾਨ ਵਿੱਚ ਜ਼ੋਹਰ ਵਿਖਾਏ ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਜੂਝਣਾ ਕੀਤਾ ਆਪ ਦੀ ਆਗਿਆ ਦੇਵੋ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝ ਸਕਾਂ। ਸਤਿਗੁਰੂ ਪਾਤਸ਼ਾਹ ਕਿਤੇ ਰਹਿਮਤ ਕਰਨ ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ ਗੁਰਬਾਣੀ ਦੀ ਦਾਤ ਗੁਰ ਇਤਿਹਾਸ ਦੀ ਦਾਤ
ਮਾਲਕ ਪਾਤਸ਼ਾਹ ਦੀ ਜਿੱਥੇ ਬਾਹਰੀ ਤੌਰ ਉੱਤੇ ਸਾਹਿਬ ਨੇ ਗਿਆਨ ਬਖਸ਼ਿਸ਼ ਕੀਤਾ ਹੈ, ਉੱਥੇ ਸਤਿਗੁਰੂ ਕਿਰਪਾ ਕਰਨ ਕਿਤੇ ਜੀਵਨ ਵੀ ਗੁਰਬਾਣੀ ਅਨੁਸਾਰੀ ਬਣ ਜਾਏ, ਗੁਰ ਇਤਿਹਾਸ ਅਨੁਸਾਰੀ, ਗੁਰੂ ਕੇ ਪਾਈ ਪੂਰਨਿਆ ਅਨੁਸਾਰੀ ਜੀਵਨ ਬਣ ਜਾਏ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਅਲੋਕ ਸੁਹੇਲੇ ਨਾਨਕ ਘਰ ਆਪੇ ਮਿਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।